ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਸ਼ੰਕਰ ਮਿਰਨਾਲੀ। ਜੋਗੀ ਗਨ ਬਾਚ ਚਮਸ ਸਲੋਕ। ਬੰਦਤੇ ਬੇਦ ਗਰਭ ਹਿਸੂ। ਪੁਰਾਨ ਪੁਰਸ ਪੁਰਸ ਪਰਸੋਤਮ। ਨਮਸਤੇ ਪਦਾਰ ਬਿੰਦੰ ਮਹਾਜੋਗਿਨ ਪਰਮੇਸ਼ਵਰ। ਬੰਦਤੇ ਬੇਦ ਗਰਭੇਸੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਦੇ ਨਾਲ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਆਪਾਂ ਸ਼ੁਭਾਇਮਾਨ ਹੋ ਕਰਕੇ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਪਏ ਹਾਂ। ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਜੋ ਮਹਾਰਾਜ ਸਾਹਿਬ ਜੀ ਇਹ ਪਾਵਨ ਉਪਦੇਸ਼ ਪਾਵਨ ਇਤਿਹਾਸ ਆਪ ਸੰਗਤਾਂ ਦੀ ਝੋਲੀ ਵਿੱਚ ਪਾ ਰਹੇ ਹਨ। ਸਤਿਗੁਰੂ ਸਾਹਿਬ ਜੀ ਅਸਤੋਤਰ ਸਰਵਣ ਕਰਵਾ ਰਹੇ ਨੇ। ਵੱਖ ਵੱਖ ਦੇਵਤੇ ਸਰਬਲੋਕ ਭਗਵਾਨ ਦੇ ਸਤੋਤਰ ਪੜ੍ਹਦੇ ਪਏ ਨੇ। ਕੱਲ ਸਨਕ ਸਨਕਾਦਿਕ ਆਦਿਕਾਂ ਨੇ ਜਿਹੜਾ ਸਤੋਤਰ ਸਰਬਲੋਕ ਭਗਵਾਨ ਦਾ ਪੜ੍ਹਿਆ ਹੈ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰੀਏ। ਧਿਆਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਚਰਨਾਂ ਕਮਲਾਂ ਦਾ ਧਾਰਨ ਕਰੀਏ। ਅੱਗੇ ਮਹਾਰਾਜ ਸਾਹਿਬ ਜੀ ਜਿਵੇਂ ਸਮੂਹ ਜੋਗੀ ਮਿਲ ਕਰਕੇ ਸਰਬਲੋਕ ਭਗਵਾਨ ਦਾ ਸਤੋਤਰ ਪੜ੍ਹਦੇ ਪਏ ਨੇ, ਗਾਉਂਦੇ ਪਏ ਹਨ, ਉਹ ਪਿਆਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਸ਼ੰਕਰ ਮਿਰਨਾਲੀ। ਮਹਾਰਾਜ ਸਾਹਿਬ ਜੀ ਸ਼ੰਕਰ ਤੇ ਮਿਰਨਾਲੀ ਰਾਗ ਦੇ ਵਿੱਚ ਦੋਨਾਂ ਰਾਗਾਂ ਨੂੰ ਮੇਲ ਕਰਕੇ ਬਿਸਨ ਪਦਾ ਉਚਾਰਨ ਕਰਦੇ ਪਏ ਹਨ। ਮਿਰਨਾਲੀ ਦੇ ਉੱਪਰ ਦੋ ਡੰਡੇ ਹਨ। ਜੋਗੀ ਗਨਬਾਜ ਜਿਹੜੇ ਜੋਗੀ ਹਨ ਉਹ ਸਰਬਲੋਕ ਭਗਵਾਨ ਦਾ ਸਤੋਤਰ ਗਾਨ ਕਹੀਏ ਸਾਰੇ ਮਿਲ ਕਰਕੇ
ਉਚਾਰਨ ਕਰਦੇ ਪਏ ਹਨ। ਚਮਸ ਸ਼ਲੋਕ ਬਾਜ ਦੇ ਉੱਪਰ 2 ਡੰਡੇ ਨੇ ਤੇ ਸ਼ਲੋਕ ਚਮਸ। ਇਹ ਗੁਰੂ ਖਾਲਸਾ ਜੀ ਸ਼ਲੋਕ ਦਾ ਇੱਕ ਪ੍ਰਕਾਰ ਹੈ। ਇਹ ਸ਼ਲੋਕ ਦੇ ਵੀ ਵੱਖੋ ਵੱਖਰੇ ਪ੍ਰਕਾਰ ਨੇ। ਜਿਵੇਂ ਗੁਰੂ ਖਾਲਸਾ ਜੀ ਕਬਿਤ 108 ਪ੍ਰਕਾਰ ਦੀ ਹੈ, ਦੋਹਰਾ 24 ਪ੍ਰਕਾਰ ਦਾ ਮੰਨਿਆ ਗਿਆ ਹੈ, ਤੇ ਸਵਈਆ ਗੁਰੂ ਖਾਲਸਾ ਜੀ 32 ਪ੍ਰਕਾਰ ਦਾ ਮੰਨਿਆ ਗਿਆ ਹੈ। ਇਸੇ ਹੀ ਤਰੀਕੇ ਦੇ ਨਾਲ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਸ਼ਲੋਕ ਵੀ ਕਈ ਪ੍ਰਕਾਰ ਦੇ ਮੰਨੇ ਗਏ ਹਨ। ਜੋਗੀ ਗਨ ਬਾਜ ਪਾਠ ਇਕੱਠਾ ਹੀ ਹੈ, ਨੰਨੇ ਨੂੰ ਔਂਕੜ ਹੈ। ਅਰਥ ਵੇਲੇ ਜੋਗੀ ਗਨ ਉਵਾਚ ਇਸ ਤਰੀਕੇ ਨਾਲ ਬਣੇਗਾ। ਮਹਾਰਾਜ ਸਾਹਿਬ ਜੀ ਚਮਸ ਨਾਮੀ ਸ਼ਲੋਕ ਵਿੱਚ ਕਿਰਪਾ ਕਰਦੇ ਪਏ ਹਨ। ਬੰਦ ਤੇ ਵੇਦ ਗਰਭੇਸੂ ਗਰਭੇ ਸੂ ਦਾ ਅਰਥ ਹੁੰਦਾ ਹੈ ਵਿੱਚ। ਆਪ ਜੀ ਨੇ ਵੇਦਾਂ ਨੂੰ ਆਪਣੇ ਪੇਟ ਵਿੱਚ ਰੱਖਿਆ ਹੈ। ਪੇਟ ਗੁਰੂ ਖਾਲਸਾ ਜੀ ਸਾਰੇ ਸਰੀਰ ਦਾ ਮੂਲ ਹੈ। ਇਸ ਤੋਂ ਭਾਵ ਲੈਂਦੇ ਨੇ ਵੀ ਆਪ ਜੀ ਵੇਦਾਂ ਦੇ ਮੂਲ ਹੋ ਅਤੇ ਵੇਦਾਂ ਨੂੰ ਆਪਣੇ ਵਿੱਚ ਰੱਖਦੇ ਹੋ। ਸੰਸਾਰ ਦੇ ਭਲੇ ਹਿਤ ਆਪ ਨੇ ਬ੍ਰਹਮੇ ਦੁਆਰਾ ਵੇਦਾਂ ਨੂੰ ਪ੍ਰਗਟ ਕੀਤਾ ਹੈ। ਪਾਠ ਗਰਭੇ ਸੂ ਇਸ ਤਰੀਕੇ ਨਾਲ ਕਰਨਾ ਹੈ। ਆਪ ਜੀ ਨੂੰ ਮੱਥਾ ਟੇਕਦੇ ਹਾਂ। ਆਪ ਜੀ ਆਪਣੇ ਪੇਟ ਵਿੱਚ ਵੇਦਾਂ ਦਾ ਗਿਆਨ ਰੱਖਦੇ ਹੋ। ਪੁਰਾਨ ਪੁਰਸ਼ ਪੁਰਸ਼ੋਤਮ ਆਪ ਜੀ ਪੁਰਾਨ ਪੁਰਖ ਹੋ ਅਤੇ ਸਾਰਿਆਂ ਪੁਰਖਾਂ ਦੇ ਵਿੱਚੋਂ ਉੱਤਮ ਪੁਰਖ ਹੋ। ਆਪ ਜੀ ਦੇ ਤਾਈ ਨਮਸਕਾਰ ਕਰਦੇ ਹਾਂ। ਨਮਸਤੇ ਪਦਾਰ ਬਿੰਦੰ ਆਪ ਜੀ ਨੂੰ ਨਮਸਕਾਰ ਹੈ। ਆਪ ਜੀ ਦੇ ਜੋ ਚਰਨ ਹਨ ਉਹ ਕਮਲਾਂ ਵਰਗੇ ਹਨ, ਇਸ ਲਈ ਆਪ ਜੀ ਦੇ ਤਾਈ ਨਮਸਕਾਰ ਕਰਦੇ ਹਾਂ। ਮਹਾ ਜੋਗਿਨ ਪਰਮੇਸ਼ਵਰ ਹੈ ਆਪ ਜੀ ਜੋਗੀਆਂ ਦੇ ਵਿੱਚੋਂ ਵੱਡੇ ਜੋਗੀ ਹੋ ਅਤੇ ਪਰਮ ਈਸ਼ਵਰ ਹੋ। ਆਪ ਜੀ ਵਰਗਾ ਸੰਸਾਰ ਦੇ ਉੱਪਰ ਕੋਈ ਈਸ਼ਵਰ ਨਹੀਂ। ਪਿਪਲਾਇਨ ਮਦ ਜੋਗਤਾ ਤਵ ਪ੍ਰਸਾਦ ਸਫਲੰ ਪਿਪਲਾਇਨ ਗੁਰੂ ਖਾਲਸਾ ਜੀ ਇੱਕ ਮੁਨੀ ਦਾ ਨਾਮ ਹੈ। ਉਹ ਕਹਿੰਦੇ ਨੇ ਵੀ ਜਿਹੜੀ ਮੇਰੀ ਯੋਗਤਾ ਹੈ, ਜੋਗੀ ਪੁਣਾ ਹੈ, ਇਹ ਤੁਹਾਡੀ ਕਿਰਪਾ ਦੇ ਨਾਲ ਹੀ ਸਫਲਾ ਹੋਇਆ ਹੈ। ਤਵ ਸਤਾ ਸਿਸ ਜੋਗਿਨ ਮਹਾ ਹਾਂ, ਤੁਹਾਡੀ ਕਿਰਪਾ ਦੇ ਨਾਲ ਸਿਸ ਮੈਨੇ ਸ਼੍ਰੋਮਣੀ ਜੋਗੀਆਂ ਦੇ ਵਿੱਚ ਮੇਰਾ ਨਾਮ ਹੈ। ਇਹ ਤੁਹਾਡੀ ਹੀ ਕਿਰਪਾ ਹੈ। ਦੂਜਾ ਗੁਰੂ ਖਾਲਸਾ ਜੀ ਪਾਤਸ਼ਾਹ ਦੇ ਦਾਵੀ ਕਰਦੇ ਨੇ ਸਿਸ ਜੋਗ ਨਮః। ਤੁਹਾਡੀ ਕਿਰਪਾ ਦੇ ਨਾਲ ਜਿਹੜੇ ਵੱਡੇ ਵੱਡੇ ਜੋਗੀ ਹੈ, ਸ਼੍ਰੋਮਣੀ ਜੋਗੀ ਨੇ, ਉਹ ਮੈਨੂੰ ਨਵਾਂ ਮੱਥਾ ਟੇਕਦੇ ਨੇ। ਇਹ ਤੁਹਾਡੀ ਹੀ ਕਿਰਪਾ ਹੈ, ਤੁਹਾਡੀ ਹੀ ਸੱਤਾ ਹੈ। ਅਸ਼ਟਾਂਗ ਜੋਗ ਪ੍ਰਾਪਤੰ ਸਿੱਧੰ ਹਾਂ, 8 ਪ੍ਰਕਾਰ ਦਾ ਯੋਗ ਮੈਨੂੰ ਪ੍ਰਾਪਤ ਹੋਇਆ ਹੈ ਤੇ 8 ਪ੍ਰਕਾਰ ਦਾ ਯੋਗ ਮੈਂ ਸਿੱਧ ਕਰ ਲੈਣਾ ਕੀਤਾ ਹੈ। 8 ਪ੍ਰਕਾਰ ਦਾ ਯੋਗ ਮੈਨੂੰ ਪ੍ਰਾਪਤ ਹੋਇਆ ਹੈ। 8 ਪ੍ਰਕਾਰ ਦੇ ਯੋਗ ਕਰਨ ਦੇ ਨਾਲ ਮੈਨੂੰ ਰਿੱਧੀਆਂ ਤੇ ਸਿੱਧੀਆਂ ਪ੍ਰਾਪਤ ਹੋਈਆਂ ਹਨ। ਪ੍ਰਾਪਤੰ ਯੋਗ ਕਰਮ ਚ ਹਾਂ, ਯੋਗੀਆਂ ਦੁਆਰਾ ਜੋ ਸ੍ਰੇਸ਼ਟ ਕਰਮ ਕੀਤਾ ਜਾਂਦਾ ਹੈ, ਜਿਹਨੂੰ ਯੋਗ ਕਰਮ ਕਹਿੰਦੇ ਨੇ। ਮੈਨੇ ਅਤੇ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਯੋਗ ਕਰਮ ਵੀ ਪ੍ਰਾਪਤ ਹੋਇਆ ਹੈ। ਕਰ ਭਾਂਜਨ ਗੁਰੂ ਖਾਲਸਾ ਜੀ ਕਰ ਭਾਂਜਨ ਇੱਕ ਜੋਗੀ ਦਾ ਨਾਮ ਹੈ। ਉਹ ਹੱਥ ਜੋੜ ਕਰਕੇ ਇਹ ਕਰਭਾਂਜਨ ਮੁਨੀ ਜੀ ਬੇਨਤੀ ਕਰਦੇ ਪਏ ਹਨ। ਅਸਮਦ ਭੀਖਕ ਤੁਅੰ ਅਸਮਦ ਮੈਂ ਤੁਅੰ ਤੁਹਾਡਾ ਭੀਖਕ ਮੰਗਤਾ ਹਾਂ। ਤੁਅੰ ਦਾਤਾਰ ਜਗਤ ਰਚਾ ਅਤੇ ਤੁਸੀਂ ਦਾਤੇ ਹੋ, ਸਾਰੇ ਸੰਸਾਰ ਦੇ ਮਾਲਕ ਹੋ। ਮਿਦੰ ਜੋਗ ਜੋਗਿੰਦਰ ਮਹਾਪ੍ਰਭ ਹਾਂ, ਮਿਦੰ ਮੈਨੇ ਮ ਇਦੰ ਮੇਰੇ ਐਸੇ ਜੋਗੀਆਂ ਦੇ ਵਿੱਚੋਂ ਵੱਡੇ ਜੋਗੀ ਮਹਾਂ ਜੋਗੀ ਹੋ ਆਪ ਜੀ ਵੱਡੇ ਪ੍ਰਭੂ ਹੋ। ਸਮਰੱਥ ਸ੍ਰੀ ਜਗਦੀਸ਼ ਪੁਰਸ਼ਹ ਸਮਰੱਥ ਸਰਬ ਸ਼ਕਤੀ ਸੰਪੰਨ ਹੋ, ਸ਼੍ਰੀ ਮੁਕਤੀ ਨੂੰ ਦੇਣ ਵਾਲੇ ਹੋ, ਜਗਤ ਦੇ ਈਸ਼ਵਰ ਹੋ ਤੇ ਪੁਰਸ਼ਾ ਆਪ ਜੀ ਪੂਰਨ ਪੁਰਖ ਹੋ। ਸਰਨ ਤੁਭਯੰ ਸਰਬ ਲੋਹ ਹਰੀ ਹਾਂ, ਹਰੇ ਭਰੇ ਕਰਨ ਵਾਲੇ ਹੀ ਸਰਬ ਲੋਹ ਭਗਵਾਨ ਜੀ, ਅਸੀਂ ਸਾਰੇ ਮਿਲ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਆਪ ਸਾਡੇ ਉੱਪਰ ਕਿਰਪਾ ਕਰੋ, ਦਇਆ ਕਰੋ। ਪ੍ਰਸੀਦ ਸ੍ਰੀ ਪਰਮਾਨੰਦੰ। ਆਪ ਜੀ ਸਾਡੇ ਉੱਪਰ ਪ੍ਰਸੰਨ ਹੋਵੋ, ਸ਼੍ਰੀ ਸ਼੍ਰੋਮਣੀ ਪਰਮ ਆਨੰਦ ਨੂੰ ਦੇਣ ਵਾਲੇ ਪ੍ਰਸੀਦ ਪ੍ਰਸੰਨ ਹੋਵੋ। ਪ੍ਰਸੰਨ ਬਦਨ ਮਹਾ ਬਲਹਾ। ਆਪ ਜੀ ਪ੍ਰਸੰਨ ਬਦਨ ਖਿੜੇ ਹੋਏ ਮੁਖੜੇ ਵਾਲੇ ਹੋ ਤੇ ਵੱਡੇ ਬਲ ਵਾਲੇ ਹੋ, ਕਿਰਪਾ ਨੂੰ ਕਰਨ ਵਾਲੇ ਹੋ ਆਪ ਜੀ। ਵਿਸ਼ਨ ਪਾਦ ਸ਼ੰਕਰ ਗੰਗੋਦਕ ਚਰਪਦ। ਸ਼ੰਕਰ ਰਾਗ ਵਿੱਚ ਮਹਾਰਾਜ ਵਿਸ਼ਨ ਪਦਾ ਉਚਾਰਦੇ ਪਏ ਨੇ ਤੇ ਚਰਪਦ ਗੁਰੂ ਖਾਲਸਾ ਜੀ ਗੰਗੋਦਕ ਕਿਸਮ ਦਾ ਉਚਾਰਦੇ ਪਏ ਨੇ। ਗੰਗੋਦਕ ਦੱਦੇ ਨੂੰ ਸਿਹਾਰੀ ਨਹੀਂ, ਇਹ ਕੱਟ ਲੈਣਾ। ਤੇ ਦੂਜਾ ਅਰਥ ਇਦਾਂ ਵੀ ਕਰਦੇ ਨੇ ਕਿ ਜਿਵੇਂ ਗੰਗਾ ਦਾ ਉਦਕ ਪਾਣੀ ਬੜਾ ਨਿਰਮਲ ਹੁੰਦਾ ਹੈ, ਇਦਾਂ ਹੀ ਇਹ ਨਿਰਮਲ ਚਾਲ ਵਾਲਾ ਚਰਪਦ ਉਚਾਰਦੇ ਪਏ ਹਨ। ਪਰਮ ਪੁਰਖ ਪਾਵਨ ਕਰ। ਆਪ ਜੀ ਪਰਮ ਪੁਰਖ ਵੱਡੇ ਪੁਰਖ ਹੋ। ਆਪ ਜੀ ਇਤਨੇ ਵੱਡੇ ਹੋ, ਪੂ ਨਾਮੀ ਨਰਕਾਂ ਤੋਂ ਰੱਖਿਆ ਕਰਨੇ ਵਾਲੇ ਹੋ ਅਤੇ ਪਾਵਨ ਕਰ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਪਰਨੋਂ ਮੈਂ ਆਪ ਦੀ ਸ਼ਰਨ ਵਿੱਚ ਪੈਂਦਾ ਹਾਂ, ਪਰਨੋਂ ਨਮਸਕਾਰ ਕਰਦਾ ਹਾਂ। ਆਪ ਜੀ ਦਾ ਹੀ ਸਾਨੂੰ ਪਰਨੋਂ ਮੈਨੇ ਆਸਰਾ ਹੈ। ਭੁਜ ਵਿਸਾਲ ਭੱਦਰ ਲਖਮੀ ਵਾਰ। ਆਪ ਜੀ ਦੀਆਂ ਬਾਹਾਂ ਬੜੀਆਂ ਲੰਮੀਆਂ ਹਨ ਤੇ ਭੱਦਰ ਉੱਤਮ ਹੋ ਅਤੇ ਲక్ష్ਮੀ ਨੂੰ ਵਰਨ ਵਾਲੇ ਹੋ। ਜੰਗ ਦੇ ਮੈਦਾਨ ਦੇ ਵਿੱਚ ਆਪ ਜੀ ਭੱਦਰ ਨਾਮ ਭਿਆਨਕ ਲੰਮੀਆਂ ਲੰਮੀਆਂ ਬਾਹਾਂ ਕਰਕੇ ਮਹਾਕਾਲ ਦਾ ਰੂਪ ਧਾਰਦੇ ਹੋ ਤੇ ਉਂਝ ਆਪ ਜੀ ਲక్ష్ਮੀ ਨੂੰ ਵਰ ਕਰਕੇ ਸ਼ੇਸ਼ਨਾਗ ਦੀ ਸੇਜਾ ਉੱਪਰ ਬੈਠੇ ਹੋਏ ਹੋ। ਆਦ ਮਦ ਅੰਤ ਪੂਰਨ ਪਰ। ਹਾਂ, ਸੰਸਾਰ ਦੇ ਆਦਿ ਕਾਲ ਵਿੱਚ ਵੀ ਤੁਸੀਂ, ਮੱਧ ਕਾਲ ਵਿੱਚ ਵੀ ਤੇ ਅੰਤ ਕਾਲ ਦੇ ਵਿੱਚ ਵੀ, ਤਿੰਨਾਂ ਕਾਲਾਂ ਵਿੱਚ ਪੂਰਨ ਪਰ ਦਾ ਮਹਿਣਾ ਹੈ ਵੀ ਪਰਿਪੂਰਨ ਹੋ, ਸਭ ਥਾਵਾਂ ਉੱਪਰ ਸਮਾਏ ਹੋਏ ਹੋ। ਗੁਰੂ ਖਾਲਸਾ ਸਾਧ ਸੰਗਤ ਜੀ, ਸਰਹਾਲੀ ਦੇ ਨੇੜੇ ਇੱਕ ਨਗਰ ਹੈ ਜਿਹਨੂੰ ਗੁਰੂ ਖਾਲਸਾ ਜੀ ਠੱਠਾ ਸਾਹਿਬ ਕਹਿ ਦਿੰਦੇ ਨੇ। ਇੱਥੋਂ ਦੇ ਮਹਾਂਪੁਰਖ ਬਾਬਾ ਜਵੰਦ ਸਿੰਘ ਜੀ ਹੋਏ ਹਨ। ਪਹਿਲਾਂ ਗੁਰੂ ਖਾਲਸਾ ਜੀ ਫੌਜ ਵਿੱਚ ਰਹਿ ਕਰਕੇ ਨੌਕਰੀ ਕੀਤੀ। ਫਿਰ ਬਾਬਾ ਰਾਮ ਸਿੰਘ ਜੀ ਜੋ ਤਰਨੇ ਦਲ ਦੇ ਜਥੇਦਾਰ ਹੋਏ ਨੇ, ਉਹਨਾਂ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਪੀਤਾ ਅਤੇ ਗੁਰੂ ਕੇ ਹੋ ਕਰਕੇ ਰਹਿ ਗਏ। ਗੁਰੂ ਕਾ ਅੰਮ੍ਰਿਤ ਛਕ ਕਰਕੇ ਸਿੱਖੀ ਦਾ ਇੰਨਾ ਪ੍ਰਚਾਰ ਕੀਤਾ। ਇੱਕ ਨੇ ਤੇ ਲਿਖਿਆ ਹੈ ਕਿ ਬਾਬਾ ਜਵੰਦ ਸਿੰਘ ਜੀ ਵਰਗੇ ਮਹਾਂਪੁਰਖ ਦੁਨੀਆ ਦੇ ਉੱਪਰ 5-7 ਹੁੰਦੇ ਤੇ ਸਾਰੇ ਸੰਸਾਰ ਨੂੰ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿੰਦੇ। ਉਹਨਾਂ ਨੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਗੁਰੂ ਖਾਲਸਾ ਸਾਧ ਸੰਗਤ ਜੀ, ਉਹ ਮਹਾਂਪੁਰਖ ਜਦੋਂ ਅੰਮ੍ਰਿਤ ਛਕਾਉਂਦੇ ਹੁੰਦੇ ਸੀ ਨਾ, ਤੇ ਉਹਨਾਂ ਨੇ ਪਹਿਲਾਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਮੂਲ ਮੰਤਰ ਦਾ ਜਾਪ ਸਿਖਾਉਣਾ। ਬਾਅਦ ਵਿੱਚ ਗੁਰੂ ਖਾਲਸਾ ਜੀ ਉਹਨਾਂ ਨੇ ਗੁਰ ਮੰਤਰ ਦੇਣਾ ਤੇ ਉਹਨਾਂ ਨੇ ਕਹਿਣਾ ਵੀ ਅਸਾਂ ਨੇ ਵੱਡਿਆਂ ਵਡੇਰਿਆਂ ਤੋਂ ਸੁਣਿਆ ਹੈ, ਸਾਹਿਬ ਬਾਬਾ ਦੀਪ ਸਿੰਘ ਜੀ ਇਸ ਪ੍ਰਕਾਰ ਗੁਰ ਮੰਤਰ ਜਪਿਆ ਕਰਦੇ ਸਨ। ਆਦ ਮਦ ਅੰਤ ਸ਼੍ਰੀ ਵਾਹਿਗੁਰੂ ਬੇਅੰਤ। ਇਸ ਤਰੀਕੇ ਨਾਲ ਉਹ 5 ਵਾਰ ਗੁਰਮੰਤਰ ਜਪਾਉਣਾ ਤੇ ਸੰਗਤਾਂ ਨੂੰ ਕਹਿਣਾ ਵੀ ਰਾਤ ਨੂੰ ਇਹ ਗੁਰਮੰਤਰ ਦਾ ਜਾਪ ਕਰਿਆ ਕਰੋ, ਆਪਣੇ ਪਰਿਵਾਰ ਨੂੰ ਨਾਲ ਲੈ ਕਰਕੇ। ਗੁਰੂ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਮੱਧ ਭਾਗ ਆਉਂਦਾ ਹੈ, ਮੱਧ ਦੀ ਅਰਦਾਸ ਹੁੰਦੀ ਹੈ। ਉਂਝ ਤੇ ਜਿਹੜਾ ਪੂਰਾ ਹੋਵੇ ਨਾ, ਉਹਦਾ ਨਾ ਕੋਈ ਆਦ ਤੇ ਨਾ ਕੋਈ ਮੱਧ ਤੇ ਨਾ ਕੋਈ ਅੰਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਕੋਈ ਆਦ ਹੈ, ਨਾ ਕੋਈ ਮੱਧ ਹੈ, ਨਾ ਕੋਈ ਅੰਤ ਹੈ। ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਪਾਠ ਜਪਜੀ ਤੋਂ ਸ਼ੁਰੂ ਹੁੰਦਾ ਹੈ ਤੇ ਜਪਜੀ ਸਾਹਿਬ ਤੇ ਆ ਕਰਕੇ ਅਰਦਾਸ ਹੁੰਦੀ ਹੈ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਹੈ, ਰਾਗਮਾਲਾ ਪੜ੍ਹ ਪ੍ਰੇਮ ਸੋ ਭੋਗ ਜਪਜੀ ਤੇ ਪਾਏ। ਰਾਗਮਾਲਾ ਦਾ ਪਾਠ ਕਰਕੇ ਤੇ ਭੋਗ ਜਪਜੀ ਸਾਹਿਬ ਤੇ ਪਾਉਣਾ ਹੈ। ਜਿਹੜੀ ਚੀਜ਼ ਗੋਲ ਹੋਵੇ ਗੁਰੂ ਖਾਲਸਾ ਜੀ, ਉਹਦਾ ਆਦ ਮੱਧ ਤੇ ਅੰਤ ਨਹੀਂ ਹੁੰਦਾ। ਉਂਝ ਗੁਰੂ ਖਾਲਸਾ ਜੀ ਆਮ ਮਰਿਆਦਾ ਬਣੀ ਹੈ, ਇੱਕ ਆਰੰਭ ਦੀ ਅਰਦਾਸ, ਇੱਕ ਦੂਜੇ ਦਿਨ ਦੀ ਅਰਦਾਸ ਤੇ ਇੱਕ ਭੋਗ ਦੀ ਅਰਦਾਸ। ਜਿੱਥੇ ਮੱਧ ਦੀ ਅਰਦਾਸ ਹੁੰਦੀ ਹੈ ਉੱਥੇ ਵੀ ਬਚਨ ਆਉਂਦੇ ਨੇ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ।
ਉਹ ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਹੀ ਪੂਰਾ ਏ। ਬੰਦਾ ਜੰਮਦਾ ਏ, ਜਵਾਨ ਹੁੰਦਾ ਏ ਤੇ ਫਿਰ ਉਹਦਾ ਅੰਤ ਹੁੰਦਾ ਏ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿੱਦਣ ਬੰਦਾ ਜੰਮਿਆ ਉਦਣ ਵੀ ਉੱਡਾ ਹੀ ਸੀ, ਜਿੱਦਣ ਬੰਦੇ ਨੂੰ ਜਵਾਨੀ ਚੜੀ ਉਦਣ ਵੀ ਵਾਹਿਗੁਰੂ ਅਕਾਲ ਪੁਰਖ ਉੱਡਾ ਹੀ ਸੀ, ਤੇ ਜਿੱਦਣ ਗੁਰੂ ਖਾਲਸਾ ਜੀ ਬੰਦੇ ਦਾ ਅੰਤ ਹੋਇਆ ਉਦਣ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉੱਡਾ ਹੀ ਸੀ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਕੋਈ ਅੰਤ ਨਹੀਂ ਆਇਆ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕੋਈ ਮੱਧ ਨਹੀਂ ਆਇਆ, ਕੋਈ ਆਦ ਨਹੀਂ ਆਇਆ। ਇਸ ਲਈ ਜੋਗੀ ਕਹਿੰਦੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਸੰਸਾਰ ਦੇ ਆਦਿ ਕਾਲ, ਮੱਧ ਕਾਲ ਤੇ ਅੰਤ ਕਾਲ ਵਿੱਚ ਤੂੰ ਪਰਿਪੂਰਨ ਹੈ। ਨਮੋ ਨਮੋ ਜਗਦੀਸ਼ ਜਗਤ ਗੁਰ। ਆਪ ਨੂੰ ਨਮਸਕਾਰ ਹੈ, ਨਮਸਕਾਰ ਹੈ ਮਨ ਤਨ ਕਰਕੇ। ਆਪ ਜੀ ਜਗਤ ਦੇ ਈਸ਼ਵਰ ਹੋ ਤੇ ਜਗਤ ਦੇ ਮਹਾਨ ਗੁਰੂ ਹੋ। ਤਵਾ ਪ੍ਰਸਾਦ ਮਮ ਜੋਗਤਾ ਸਫਲ। ਤੁਹਾਡੀ ਕਿਰਪਾ ਦੇ ਨਾਲ ਜੋ ਮੇਰਾ ਜੋਗੀ ਪੁਣਾ ਹੈ ਇਹ ਸਫਲਾ ਹੋਇਆ ਹੈ। ਤਵਾ ਸੱਤਾ ਅਸ਼ਟਾਂਗ ਸਿੱਧ ਸਬਲ। ਹਾਂ, ਸਬਲ ਦਾ ਅਰਥ ਹੁੰਦਾ ਹੈ ਬਲ ਦੇ ਸਮੇਤ ਜੋ 8 ਪ੍ਰਕਾਰ ਦਾ ਯੋਗ ਹੈ ਉਹ ਸਿੱਧ ਮੈਨੂੰ ਪ੍ਰਾਪਤ ਹੋਇਆ ਹੈ। ਆਪ ਜੀ ਦੀ ਕਿਰਪਾ ਦੇ ਨਾਲ ਹੀ ਸਬਲ ਵਰਗਾ ਤਗੜਾ ਕਰਮ ਜੋ 8 ਪ੍ਰਕਾਰ ਦੇ ਯੋਗ ਦਾ ਹੈ ਉਹ ਮੈਨੂੰ ਸਿੱਧ ਪ੍ਰਾਪਤ ਹੋਇਆ ਹੈ। ਰਿੱਧ ਸਿੱਧ ਆਗਿਆ ਵਿੱਚ ਮੇਰੇ। ਗੁਰੂ ਖਾਲਸਾ ਜੀ ਜੋਗੀਆਂ ਦੇ ਵਿੱਚ ਐਸਾ ਮੰਨਣਾ ਹੈ ਵੀ ਕੋਈ ਜਿਹੜਾ ਕੋਈ 8 ਪ੍ਰਕਾਰ ਦਾ ਯੋਗ ਕਰਦਾ ਹੈ ਨਾ ਉਹਦੇ ਪਾਸ ਰਿੱਧੀਆਂ ਤੇ ਸਿੱਧੀਆਂ ਆ ਜਾਂਦੀਆਂ ਨੇ। ਉਹ ਕਹਿੰਦੇ ਤੁਹਾਡੀ ਕਿਰਪਾ ਨਾਲ ਹੀ ਸਰਬਲੋ ਜੀ ਸਾਨੂੰ 8 ਪ੍ਰਕਾਰ ਦਾ ਯੋਗ ਪ੍ਰਾਪਤ ਹੋਇਆ ਏ। ਤੁਹਾਡੀ ਕਿਰਪਾ ਨਾਲ ਹੀ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ ਨੇ। ਹੁਣ ਤੁਹਾਡੀ ਕਿਰਪਾ ਨਾਲ ਸਾਰੀਆਂ ਰਿੱਧੀਆਂ ਤੇ ਸਿੱਧੀਆਂ ਸਾਡੀ ਆਗਿਆ ਵਿੱਚ ਹਨ। ਇਹ ਸਭ ਕਿਰਪਾ ਵਿਲੋਕਨ ਤੇਰੇ। ਇਹ ਸਾਰੀ ਜੋ ਕੁਝ ਵੀ ਹੈ ਕਿਰਪਾ ਵਿਲੋਕਨ ਮੈਨੇ ਕਿਰਪਾ ਦ੍ਰਿਸ਼ਟੀ, ਇਹ ਸਭ ਕੁਝ ਤੇਰੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਪ੍ਰਾਪਤ ਹੋਇਆ ਏ। ਪਾਠ ਇਕੱਠਾ ਹੀ ਹੈ, ਕਿਰਪਾ ਅਵਲੋਕਨ ਅਰਥ ਵੇਲੇ ਕਿਰਪਾ ਅਵਲੋਕਨ ਭਾਵ ਕਿਰਪਾ ਦ੍ਰਿਸ਼ਟੀ ਦੇ ਨਾਲ ਸਭ ਕੁਝ ਪ੍ਰਾਪਤ ਹੋਇਆ ਏ। ਤਵਾ ਪ੍ਰਸਾਦ ਯੋਗਤਾ ਭਈ ਪ੍ਰਾਪਤ। ਤੁਹਾਡੀ ਕਿਰਪਾ ਦੇ ਨਾਲ ਸਾਨੂੰ ਯੋਗਤਾ ਪ੍ਰਾਪਤ ਹੋਈ ਹੈ, ਸਾਨੂੰ ਜੋਗੀ ਪੁਣਾ ਪ੍ਰਾਪਤ ਹੋਇਆ ਏ। ਜੋਗੀਤਾ ਗੱਗੇ ਨੂੰ ਸਿਹਾਰੀ ਹੈ, ਜੋਗੀ ਪੁਣਾ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਜੋਗੀ ਪੁਣਾ ਪ੍ਰਾਪਤ ਹੋਇਆ ਹੈ। ਮੈਂ ਥਾਰੋ ਭਿਸ਼ਕ ਰਮਾਪਤ। ਹਾਂ, ਸਾਰਿਆਂ ਵਿੱਚ ਰਮੇ ਹੋਏ ਤੇ ਸਾਰਿਆਂ ਦੀ ਪਤ ਰੱਖਣ ਵਾਲੇ ਜਾਂ ਰਮਾ ਲక్ష్ਮੀ ਦੇ ਪਤੀ, ਮੈਂ ਤੁਹਾਡੇ ਦਰ ਦਾ ਭਿਸ਼ਕ ਮੈਨੇ ਮੰਗਦਾ ਹਾਂ, ਭਿਖਾਰੀ ਹਾਂ। ਏਦਾਂ ਸਾਰੇ ਜੋਗੀਆਂ ਵਿੱਚੋਂ ਇੱਕ ਜੋਗੀ ਉੱਠ ਕੇ ਬੇਨਤੀਆਂ ਕਰਦਾ ਪਿਆ ਹੈ। ਐਸੇ ਜੋ ਤੁਮ ਮਹਾ ਜੋਗਿੰਦਰ। ਐਸੇ ਜੋ ਤੁਸੀਂ ਜੋਗੀਆਂ ਦੇ ਵਿੱਚੋਂ ਵੱਡੇ ਜੋਗੀਆਂ ਦੇ ਮਾਲਕ, ਆਪ ਤੁਸੀਂ ਜੋਗੀਆਂ ਨੂੰ ਜੋਗ ਦਾ ਦਾਨ ਦੇਣੇ ਵਾਲੇ ਜੋਗੀਆਂ ਦੇ ਈਸ਼ਵਰ ਹੋ। ਸ੍ਰੀ ਸਰਬ ਲੋਹ ਜਗਦੀਸ਼ ਜਨਿੰਦਰ। ਸ੍ਰੀ ਸ਼੍ਰੋਮਣੀ ਸਰਬ ਸਾਰਿਆਂ ਵਿੱਚ ਲੋ ਚਾਨਣ ਕਰਨ ਵਾਲੇ ਜਗਤ ਦੇ ਈਸ਼ਵਰ ਤੇ ਜਨਾਂ ਦੇ ਮਾਲਕ ਹੋ ਆਪ ਜੀ। ਥਾਰੀ ਸਰਨ ਸਰਨ ਕੇ ਸੂਰੇ। ਇਹ ਸਰਨ ਦੇਣ ਦੇ ਸੂਰੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਆਪ ਕਿਰਪਾ ਕਰੋ, ਦਇਆ ਕਰੋ। ਉਹ ਪ੍ਰਸੰਨ ਮਹਾਬਲ ਪੂਰੇ। ਵੱਡੇ ਬਲ ਵਾਲੇ ਤੇ ਪੂਰੇ ਮੈਨੇ ਪਰਿਪੂਰਨ, ਸਾਡੇ ਉੱਪਰ ਕਿਰਪਾ ਕਰੋ, ਦਇਆ ਕਰੋ, ਸਾਡੇ ਤੇ ਪ੍ਰਸੰਨਤਾ ਧਾਰਨ ਕਰੋ। ਰਹਾਉ ਟਿਕਾਓ ਦੇ ਕਰਕੇ ਕਿਰਪਾ ਕਰਦੇ ਨੇ। ਵਿਸ਼ਨ ਪਾਦ ਸ਼ੰਕਰ ਸ਼ਲੋਕ ਪੰਚ ਅਪਸਰ। ਮਹਾਰਾਜ ਸਾਹਿਬ ਜੀ ਸ਼ੰਕਰ ਰਾਗ ਦੇ ਵਿੱਚ ਵਿਸ਼ਨ ਪਦਾ ਉਚਾਰਦੇ ਨੇ ਤੇ ਪੰਜ ਅਪਸਰ ਨਾਮ ਦਾ ਸ਼ਲੋਕ ਉਚਾਰਦੇ ਪਏ ਹਨ। ਪੰਜ ਅਪਚਰਾਂ ਦੀ ਸ਼ਕਤੀ ਦੇ ਸਮਾਜ ਦਾ ਅਰਥ ਨਹੀਂ, ਇਹ ਸ਼ਲੋਕ ਸੰਸਕ੍ਰਿਤ ਦੇ ਸਹੀ ਰੂਪਾਂ ਵਿੱਚ ਹਨ। ਪਰੰਤੂ ਅਫਸੋਸ ਹੈ ਕਿ ਇਸ ਵੇਲੇ ਜਿਹੜੀਆਂ ਸ਼ਕਲਾਂ ਇਹਨਾਂ ਦੀਆਂ ਬਣ ਗਈਆਂ ਨੇ ਉਹ ਉੱਪਰ ਕਥਨ ਕੀਤੇ ਰੂਪਾਂ ਨਾਲੋਂ ਬਹੁਤ ਵੱਖਰੀਆਂ ਹਨ। ਜਿਸ ਤੁਕ 'ਚ 27 ਮਾਤਰਾ ਹੋਣ, ਪਹਿਲਾ, ਤੀਜਾ, ਛੇਵਾਂ, ਨੌਵਾਂ ਤੇ ਅੰਤਮ ਅੱਖਰ ਗੁਰੂ ਹੋਣ, ਇਹੋ ਜਿਹੀਆਂ ਤੁਕਾਂ ਵਾਲੇ ਪਦ ਦਾ ਨਾਮ ਸ਼ਲੋਕ ਪੰਜ ਅਪਸਰ ਹੈ।
ਇਹ ਸਵਾਮੀ ਹਰਨਾਮਦਾਸ ਜੀ ਨੇ ਹੇਠਾਂ ਟਿੱਪਣੀ ਦਿੱਤੀ ਹੈ। ਗੁਰੂ ਖਾਲਸਾ ਜੀ ਪੰਜ ਅਪਸਰ ਇਹ ਇੱਕ ਸ਼ਲੋਕ ਦਾ ਨਾਮ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਹਨ। ਸ਼ਕਤੀ ਬਾਚ ਸਤੁਤ। ਹਾਂ, ਸਰਬਲੋ ਭਗਵਾਨ ਦੀ ਜਿਹੜੀ ਸ਼ਕਤੀ ਹੈ, ਜਿਹਨੂੰ ਗੁਰੂ ਖਾਲਸਾ ਜੀ ਛਤਰੀਆਂ ਨੇ ਅਸ਼ਟਭੁਜੀ ਕਿਹਾ ਹੈ, ਬਦਾਂਤੀਆਂ ਨੇ ਮਾਇਆ ਕਿਹਾ ਹੈ। ਜਿਹੜੇ ਭਗਤੀ ਵਾਲੇ ਨੇ ਉਹਨਾਂ ਨੇ ਜੋਤ ਰੂਪ ਕਰਕੇ ਵਿਖਿਆਨ ਕੀਤਾ ਹੈ। ਅਤੇ ਗੁਰੂ ਖਾਲਸਾ ਜੀ ਜਿਹੜੇ ਸਨਾਤਨੀ ਕਸ਼ਤਰੀਏ ਨੇ, ਕਸ਼ਤਰੀ ਹਨ, ਉਹ ਦੁਰਗਾ ਕਰਕੇ, ਕਾਲਕਾ ਕਰਕੇ ਉਸ ਸ਼ਕਤੀ ਨੂੰ ਧਿਆਉਂਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਰਪਾਨ ਨੂੰ ਹੀ ਸ਼ਕਤੀ ਕਿਹਾ। ਇਹ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਕਿਰਪਾਨ ਹੈ। ਤੇ ਗੁਰੂ ਕਾ ਖਾਲਸਾ ਜਿੱਥੇ ਅਕਾਲ ਪੁਰਖ ਪਰਮੇਸ਼ਰ ਦਾ ਪੁਜਾਰੀ ਹੈ, ਉੱਥੇ ਹੀ ਗੁਰੂ ਖਾਲਸਾ ਜੀ ਕਿਰਪਾਨ ਦਾ ਵੀ ਪੁਜਾਰੀ ਹੈ। ਗੁਰੂ ਕਾ ਖਾਲਸਾ ਕਿਰਪਾਨ ਨੂੰ ਹਰਦਮ ਆਪਣੇ ਨਾਲ ਰੱਖਦਾ ਹੈ, ਕਿਉਂਕਿ ਇਹ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਹੈ। ਇਹਨੂੰ ਹੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਭਗਵਤੀ ਕਿਹਾ ਹੈ। ਗੁਰੂ ਖਾਲਸਾ ਜੀ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਖਾਲਸਾ ਹੈ ਨਾ, ਇਹ ਗੁਰੂ ਖਾਲਸਾ ਜੀ ਤਿੰਨਾਂ ਦਾ ਪੁਜਾਰੀ ਹੈ। ਇੱਕ ਤੇ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਧਰਦਾ ਹੈ, ਇੱਕ ਗੁਰੂ ਕਾ ਖਾਲਸਾ ਸ਼ਸਤਰਾਂ ਤੇ ਅਸਤਰਾਂ ਨੂੰ ਆਪਣਾ ਇਸ਼ਟ ਦੇਵ ਮੰਨਦਾ ਹੈ, ਤੇ ਇੱਕ ਗੁਰੂ ਕਾ ਖਾਲਸਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਜਾਰੀ ਹੈ। ਗੁਰੂ ਖਾਲਸਾ ਜੀ ਅਕਾਲ ਪੁਰਖ ਪਰਮੇਸ਼ਰ ਵੀ ਇਸ਼ਟ ਦੇਵ ਹੈ, ਸ਼ਸਤਰ ਵੀ ਇਸ਼ਟ ਦੇਵ ਨੇ, ਤੇ ਗੁਰੂ ਗ੍ਰੰਥ ਸਾਹਿਬ ਵੀ ਇਸ਼ਟ ਦੇਵ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਮਕੌਰ ਦੀ ਗੜੀ ਵਿੱਚ ਗੁਰੂ ਕੇ ਖਾਲਸੇ ਨੂੰ ਗੁਰਤਾ ਗੱਦੀ ਦੇ ਕਰਕੇ 11ਵਾਂ ਗੁਰੂ ਬਣਾਇਆ ਹੈ। ਗੁਰੂ ਖਾਲਸਾ ਜੀ ਜੇ ਕੋਈ ਇਕੱਲਾ ਉੱਠ ਕੇ ਆਖੇ ਵੀ ਮੈਂ ਗੁਰੂ ਹਾਂ, ਇਕੱਲੇ ਦੀ ਗੱਲ ਕੋਈ ਨਹੀਂ ਹੈ। ਗੁਰੂ ਖਾਲਸਾ ਜੀ ਉਹੀ ਹੈ। ਜਦੋਂ ਅੰਮ੍ਰਿਤ ਛਕਾਉਣ ਲੱਗਦੇ ਨੇ ਜਾਂ ਜਦੋਂ ਕੋਈ ਪੰਥਕ ਮਤਾ ਹੋਣ ਲੱਗਦਾ ਹੈ, ਪੰਜਾਂ ਸਿੱਖਾਂ ਦੇ ਵਿੱਚ ਜਿਹੜਾ ਖਲੋਤਾ ਹੈ, ਉਹ ਪੰਜਾਂ ਸਿੱਖਾਂ ਦੇ ਵਿੱਚ ਗੁਰੂ ਹੈ। ਭਾਵ ਪੰਜਾਂ ਨੂੰ ਪ੍ਰਧਾਨਤਾ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ੀ ਹੈ। ਪੰਜ ਸਿੰਘਣ ਤੇ ਅਰਦਾਸ ਕਰਾਵੋ, ਜੋ ਬਰ ਚਾਹੋ ਸੋਈ ਬਰ ਪਾਵੋ। ਰਤਨ ਸਿੰਘ ਜੀ ਦੇ ਭੰਗੂ ਜੀ ਦੇ ਲਿਖੇ ਪੰਥ ਪ੍ਰਕਾਸ਼ ਵਿੱਚ ਐਸੇ ਬੋਲ ਆਉਂਦੇ ਹਨ। ਪੰਜਾਂ ਨੂੰ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਨੇ ਆਪਣੇ 11ਵੇਂ ਥਾਂ ਤੇ ਸਥਾਪਿਤ ਕੀਤਾ ਹੈ। ਸਿੱਧਾਂ ਨੇ ਪੁੱਛਿਆ ਸੀ ਕਿ ਆਪ ਜੀ ਕੁਝ ਭਵਿੱਖਤ ਵਾਕ ਉਚਾਰੋ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਸੀ ਕਿ 10 ਜਾਮੇ ਧਾਰਨ ਕਰਾਂਗੇ ਸਰੀਰ ਕਰਕੇ। ਬਾਅਦ ਵਿੱਚ ਕੀ ਕਰੋਗੇ? ਮਹਾਰਾਜ ਨੇ ਕਿਹਾ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪੰਜ ਪ੍ਰਵਾਨ ਲੀਕ ਜਿਹੜੇ ਪੰਜਾਂ ਬਾਣੀਆਂ ਦਾ ਪਾਠ ਕਰਕੇ ਹੋਣਗੇ, ਉਹਨਾਂ ਨੂੰ ਅਸੀਂ ਦਰਗਾਹ ਦੇ ਰਾਜੇ ਵੀ ਬਣਾਵਾਂਗੇ ਤੇ ਲੋਕ ਦੇ ਪਾਤਸ਼ਾਹ ਵੀ ਬਣਾਵਾਂਗੇ। ਉਹਨਾਂ ਨੂੰ ਰਾਜ ਭਾਗ ਬਖਸ਼ਾਂਗੇ। 11ਵਾਂ ਗੁਰੂ ਖਾਲਸਾ ਜੀ ਗੁਰੂ ਖਾਲਸਾ ਹੈ, ਜਿਹੜੇ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰੇ ਨੇ। ਕਿਉਂਕਿ ਚਮਕੌਰ ਸਾਹਿਬ ਦਾ ਨਾਮ ਤਿਲਕ ਸਾਹਿਬ ਵੀ ਹੈ। ਇੱਥੇ ਮਹਾਰਾਜ ਨੇ ਖਾਲਸੇ ਨੂੰ ਤਿਲਕ ਦਿੱਤਾ ਹੈ, ਗੁਰਤਾ ਗੱਦੀ ਦੇ ਆਸਣ ਤੇ ਬਿਠਾਇਆ ਹੈ। ਅਤੇ 12ਵੇਂ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬਚਨ ਕਹੇ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੇਵ ਨੇ। ਅਤੇ ਮਹਾਰਾਜ ਕਲਗੀਧਰ ਨੇ ਕਿਹਾ ਸੀ ਕਿ ਸਾਡਾ ਸਰੂਪ ਪੰਥ ਵਿੱਚ ਹੋਵੇਗਾ ਤੇ ਸਾਡੀ ਰੂਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇਗੀ। ਅੱਜ ਗੁਰੂ ਖਾਲਸਾ ਜੀ ਕਈ ਗੁਰੂ ਬਣੀ ਬੈਠੇ ਹਨ। ਕਈਆਂ ਨੇ ਗੁਰੂ ਖਾਲਸਾ ਜੀ ਕਿੰਨੇ ਗੁਰੂਆਂ ਦੀਆਂ ਅੱਗੇ ਤੋਰ ਲਈਆਂ ਨੇ ਪੰਗਤਾਂ। ਉਹ ਕਹਿੰਦੇ ਆ ਜੀ ਇਹ ਫਲਾਨਾ ਗੁਰੂ ਹੈ, ਢੀਂਗੜਾ ਗੁਰੂ ਹੈ। ਇਹ ਗੁਰੂ ਖਾਲਸਾ ਜੀ ਮਨਮੱਤਾ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਪਰ ਜਾਂ ਤੇ ਗੁਰੂ ਕਾ ਪੰਥ ਖਾਲਸਾ ਸ਼ੁਭਾਇਮਾਨ ਹੈ ਤੇ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ੁਭਾਇਮਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸੰਤ ਮਹਾਂਪੁਰਖ ਤੇ ਕੋਈ ਹੋ ਸਕਦਾ ਹੈ, ਪਰ ਗੁਰੂ ਪਦ ਦੇ ਉੱਪਰ ਗੁਰੂ ਖਾਲਸਾ ਜੀ ਕੋਈ ਨਹੀਂ ਆ ਸਕਦਾ। ਸਤਿਗੁਰੂ ਸਾਹਿਬ ਹੀ ਪੂਰੇ ਗੁਰਦੇਵ ਹਨ। ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ,
ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਕੇ ਪੰਥ ਖਾਲਸੇ ਤੱਕ ਗੁਰੂ ਖਾਲਸਾ ਜੀ 12 ਪਾਤਸ਼ਾਹੀਆਂ ਹੋਈਆਂ ਨੇ। ਇਸ ਤੋਂ ਅੱਗੇ ਗੁਰੂ ਖਾਲਸਾ ਜੀ ਕੋਈ ਗੁਰੂ ਨਹੀਂ। ਸੰਤ ਮਹਾਂਪੁਰਖ ਕਿਹਾ ਜਾ ਸਕਦਾ ਹੈ, ਉੱਚੀਆਂ ਅਵਸਥਾ ਦੇ ਮਾਲਕ ਕਿਹਾ ਜਾ ਸਕਦਾ ਹੈ, ਪਰ ਸਤਿਗੁਰੂ ਪਦ ਕਹਿਣਾ ਗੁਰੂ ਖਾਲਸਾ ਜੀ ਅਯੋਗ ਹੈ। ਇੱਕ ਗੁਰੂ ਖਾਲਸਾ ਜੀ ਕਬੀਰ ਪੰਥੀਆਂ ਦੇ ਵਿੱਚੋਂ ਹੁਣੇ ਹੋਇਆ ਆਪਣੇ ਆਪ ਨੂੰ ਪਰਮਹੰਸ ਅਖਵਾਉਂਦਾ ਹੈ। ਜੰਮੂ ਦੇ ਵਿੱਚ ਗੁਰੂ ਖਾਲਸਾ ਜੀ ਡੇਰਾ ਜਿਹਾ ਬਣਾਇਆ ਹੈ, ਉੱਥੇ ਉਹ ਲੋਕਾਂ ਨੂੰ ਮਗਰ ਲਾਉਂਦਾ ਹੈ ਅਤੇ ਆਪਣੇ ਆਪ ਨੂੰ ਸਤਿਗੁਰੂ ਅਖਵਾਉਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ, ਕਲਗੀਧਰ ਪਾਤਸ਼ਾਹ ਜੀ ਦੀ ਨਿੰਦਿਆ ਕਰਕੇ ਕਬੀਰ ਸਾਹਿਬ ਜੀ ਨੂੰ ਵੱਡਾ ਕਹਿ ਕੇ ਉਹ ਆਪਣੇ ਆਪ ਨੂੰ ਸਤਿਗੁਰੂ ਅਖਵਾਉਂਦਾ ਹੈ। ਸਾਡੇ ਨੰਗਲੀ ਨਗਰ ਦੇ ਵਿੱਚ ਵੀ ਗੁਰੂ ਖਾਲਸਾ ਜੀ ਗੁਰੂ ਘਰ ਦਾ ਇੱਕ ਗ੍ਰੰਥੀ ਹੈ, ਉਹਦੀ ਵੀ ਗੁਰੂ ਖਾਲਸਾ ਜੀ ਬੁੱਧ ਇਦਾਂ ਦੀ ਵਿਗੜੀ ਹੈ ਕਿ ਪੂਰੇ ਸਤਿਗੁਰਾਂ ਨੂੰ ਛੱਡ ਕਰਕੇ ਉਹ ਜੰਮੂ ਵਾਲੇ ਦੇ ਪਿੱਛੇ ਲੱਗਿਆ ਫਿਰਦਾ ਹੈ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਦਾ ਹੈ। ਖਾਂਦਾ ਤੇ ਗੁਰੂ ਕਾ ਹੈ, ਪਰ ਗੱਲਾਂ ਗੁਰੂ ਖਾਲਸਾ ਜੀ ਜੰਮੂ ਵਾਲੇ ਦੀਆਂ ਕਰਦਾ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਪੂਰੇ ਸਤਿਗੁਰਾਂ ਨੂੰ ਛੱਡ ਕੇ ਮਨਮੁਖ ਬੰਦੇ ਦਾ ਬੰਦਾ ਬਣਿਆ ਫਿਰਦਾ ਹੈ। ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਦਾ ਖਾਧਾ, ਹੁਣ ਛੱਡ ਕਰਕੇ ਗੁਰੂ ਖਾਲਸਾ ਜੀ ਉਹ ਜੰਮੂ ਵਾਲਿਆਂ ਦੇ ਪਿੱਛੇ ਤੁਰਿਆ ਫਿਰਦਾ ਹੈ, ਜਿਹੜੇ ਆਪਣੇ ਆਪ ਨੂੰ ਸਤਿਗੁਰੂ ਖਵਾਉਂਦੇ ਨੇ। ਲੋਕ ਵੀ ਗੁਰੂ ਖਾਲਸਾ ਜੀ ਚਲਿਆ ਜਾਵੇਗਾ, ਪਰ ਲੋਕ ਵੀ ਵਿਗੜ ਜਾਵੇਗਾ। ਗੁਰਬਾਣੀ ਵਿੱਚ ਲਿਖਿਆ ਹੈ, ਜਿਮ ਆਪ ਟੰਗੇ ਤਿਮ ਤੋਹੇ ਟੰਗੈ ਹੋ। ਜਿੱਦਾਂ ਗੁਰੂ ਖਾਲਸਾ ਜੀ ਆਪ ਟੰਗੇ ਜਾਣਗੇ ਉਹ ਜੇ ਕੱਚੇ ਪਿੱਲੇ ਗੁਰੂ, ਇਦਾਂ ਦੇ ਹੀ ਆਪਣੇ ਚੇਲਿਆਂ ਨੂੰ ਟੰਗਾ ਦੇਣਗੇ। ਇਸ ਲਈ ਪੂਰੇ ਸਤਿਗੁਰਾਂ ਨੂੰ ਛੱਡ ਕਰਕੇ ਹੋਰ ਕਿਸੇ ਨੂੰ ਨਹੀਂ ਮੰਨਣਾ। ਭਾਵੇਂ ਕੋਈ ਚਿੱਟੇ ਕੱਪੜਿਆਂ ਵਾਲਾ ਹੋਵੇ ਤੇ ਭਾਵੇਂ ਕੋਈ ਨੀਲਿਆਂ ਵਾਲਾ ਹੋਵੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਗੁਰਦੇਵ ਕੋਈ ਨਹੀਂ ਹੈ। ਬਾਣੀ ਵਿੱਚ ਜ਼ਿਕਰ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਦਾਸ ਦਾ ਨਿਸ਼ਚਾ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤੇ ਗੁਰੂ ਕੇ ਪੰਥ ਖਾਲਸੇ ਦੇ ਉੱਪਰ ਹੈ। ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਖਾਲਸਾ ਜੀ ਗੁਰੂ ਪੰਥ ਖਾਲਸੇ ਨੂੰ ਗੁਰਤਾ ਚਮਕੌਰ ਵਿੱਚ ਦਿੱਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਨੰਦੇੜ ਵਿਖੇ ਦਿੱਤੀ ਹੈ। ਕਈ ਸ਼ੰਕਾ ਕਰ ਲੈਂਦੇ ਆ ਜੀ ਨੰਦੇੜ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਨਹੀਂ ਦਿੱਤੀ, ਇਹ ਐਵੇਂ ਹੀ ਗੱਲ ਗੰਢ ਦਿੱਤੀ ਹੈ। ਸਤਿਗੁਰਾਂ ਦੇ ਮੁਖ ਵਾਕ ਬਚਨ ਨੇ ਆਗਿਆ ਭਈ, ਅਕਾਲ ਕੀ ਤਭੀ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਹੈ, ਆਪਨ ਪਉ ਸ੍ਰੀ ਖਾਲਸੇ ਸੌਂਪਾ। ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਮਹਾਰਾਜ ਸਾਹਿਬ ਜੀ ਨੇ ਦਵਾਦਸ ਰੂਪੇ ਸਤਿਗੁਰ ਕਹੀਅਤ, 12 ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਕਹੇ ਜਾਂਦੇ ਨੇ। ਇਹ ਮੋਹਰ ਲਾਈ ਹੈ ਲੋਹ ਪ੍ਰਕਾਸ਼ ਗ੍ਰੰਥ ਦੇ ਵਿੱਚ। ਫੇਰ ਵੀ ਕੋਈ ਸ਼ੰਕਾ ਕਰੇ ਤੇ ਗੁਰਬਾਣੀ ਨੂੰ ਤੇ ਪੰਜਵੇਂ ਪਾਤਸ਼ਾਹ ਨੇ ਗੁਰੂ ਕਹਿ ਦਿੱਤਾ ਸੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਖਾਲਸਾ ਜੀ ਇੱਕ ਨਾਮਧਾਰੀ ਸਿੱਖ ਮੈਨੂੰ ਮਿਲਿਆ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਨਹੀਂ ਮੰਨਦੇ? ਉਹ ਹੱਥ ਜੋੜ ਕੇ ਕਹਿਣ ਲੱਗਾ ਵੀ ਕੌਣ ਕਹਿੰਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ? ਤੇ ਮੈਂ ਕਿਹਾ ਜੀ ਤੁਸੀਂ ਤੇ ਆਪਣੇ ਬਾਬਿਆਂ ਨੂੰ ਸਤਿਗੁਰੂ ਦੀ ਪਦਵੀ ਦਿੰਦੇ ਹੋ। ਉਹ ਹੱਥ ਜੋੜ ਕੇ ਕਹਿਣ ਲੱਗਾ ਵੀ ਸਾਡੇ ਜਿਹੜੇ ਮਹਾਂਪੁਰਸ਼ ਨੇ ਬਾਬੇ ਨੇ ਉਹ ਗੁਰੂ ਪਦਵੀ ਤੇ ਨੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਪਦਵੀ ਤੇ ਹਨ। ਅਸੀਂ ਤੇ ਇੰਜ ਜਾਣਦੇ ਹਾਂ ਵੀ ਗੁਰਬਾਣੀ ਨੂੰ ਪੰਜਵੇਂ ਗੁਰਦੇਵ ਨੇ ਹੀ ਕਹਿ ਦਿੱਤਾ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਤੇ ਗੁਰਬਾਣੀ ਨੂੰ ਆਪਣੇ ਗੁਰੂ ਦੀ ਵੀ ਗੁਰੂ ਮੰਨਦੇ ਹੈ। ਗੁਰਬਾਣੀ ਗੁਰੂਆਂ ਦੀ ਗੁਰੂ ਹੈ। ਗੁਰੂ ਖਾਲਸਾ ਜੀ ਜੇ ਕੋਈ ਨਾਮਧਾਰੀ ਵੀ ਜਾਣੇ ਵੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਅੱਗੇ ਕੋਈ ਬਾਬਾ ਬਾਲਕ ਸਿੰਘ ਗੁਰੂ ਹੋਇਆ ਹੈ ਜਾਂ ਬਾਬਾ ਰਾਮ ਸਿੰਘ ਹੋਇਆ ਹੈ
ਜਾਂ ਬਾਬਾ ਹਰੀ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਜਗਜੀਤ ਸਿੰਘ, ਇਹ ਗੁਰੂ ਹੋਏ ਨੇ। ਗੁਰੂ ਖਾਲਸਾ ਜੀ ਸੰਤ ਮਹਾਂਪੁਰਖ ਤੇ ਕਿਹਾ ਜਾ ਸਕਦਾ ਹੈ, ਪਰ ਜੇ ਕੋਈ ਸਤਿਗੁਰੂ ਕਵੇ ਭਾਰੀ ਮਨਮਤ ਹੈ। ਕਿਉਂਕਿ ਬਾਬਾ ਰਾਮ ਸਿੰਘ ਜੀ ਉੱਚੀ ਅਵਸਥਾ ਦੇ ਮਾਲਕ ਹੋਏ ਨੇ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਆਪ ਨੂੰ ਸਤਿਗੁਰੂ ਨਹੀਂ ਆਖਿਆ। ਉਹਨਾਂ ਦੀਆਂ ਕਾਲੇ ਪਾਣੀ ਤੋਂ ਆਈਆਂ ਚਿੱਠੀਆਂ ਵਿੱਚ ਜਾ ਰਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਰਹੇ ਨੇ। ਇਹ ਬਾਅਦ ਵਿੱਚ ਕਿੰਨੇ ਗੱਲ ਗੁਰੂ ਖਾਲਸਾ ਜੀ ਸ਼ੁਰੂ ਕਰ ਦਿੱਤੀ, ਇਸ ਬਾਰੇ ਗੁਰੂ ਖਾਲਸਾ ਜੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਸ ਲਈ ਗੁਰੂ ਕੇ ਪੰਥ ਤੇ ਗੁਰੂ ਕੇ ਗ੍ਰੰਥ ਦੇ ਉੱਪਰ ਸ਼ਰਧਾ ਨਿਸ਼ਠਾ ਰੱਖਣੀ ਚਾਹੀਦੀ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ 3 ਇਸ਼ਟ ਗੁਰੂ ਕੇ ਖਾਲਸੇ ਨੂੰ ਬਖਸ਼ੇ ਨੇ। ਇੱਕ ਅਕਾਲ ਪੁਰਖ, ਇੱਕ ਸ਼ਾਸਤਰ ਤੇ ਇੱਕ ਗੁਰੂ ਕਾ ਗ੍ਰੰਥ। ਜੋ ਜਿਵੇਂ ਅਕਾਲ ਪੁਰਖ ਦੀ ਸ਼ਕਤੀ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਕਰਦੀ ਪਈ ਹੈ, ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਬੰਦ ਤੇ ਹਰ ਮੰਗਲ ਰੂਪੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਵਾਹਿਗੁਰੂ ਅਕਾਲ ਪੁਰਖ ਦੀ ਸ਼ਕਤੀ ਜੋ ਮਾਇਆ ਹੈ, ਜੋ ਕਿਰਪਾਨ ਹੈ, ਜੋ ਅਸ਼ਟਭੁਜੀ ਹੈ, ਵੱਖ-ਵੱਖ ਰੂਪਾਂ ਦੇ ਵਿੱਚ ਅਵਤਰਿਤ, ਵੱਖ-ਵੱਖ ਰੂਪਾਂ ਦੇ ਵਿੱਚ ਪ੍ਰਗਟ ਹੁੰਦੀ ਹੈ। ਉਹ ਕਹਿੰਦੀ ਹੈ ਵੀ ਅਸੀਂ ਮੱਥਾ ਟੇਕਦੇ ਹਾਂ, ਇਹ ਹਰੇ ਭਰੇ ਕਰਨ ਵਾਲੇ, हे ਮੰਗਲ ਰੂਪੀ ਕਲਿਆਣ ਸਰੂਪ ਸਰਬਲੋ ਭਗਵਾਨ ਜੀ। ਬੰਦ ਤੇ ਮੁਕੰਦ ਸਿਵਹਾ। ਹਾਂ, ਸਿਵਾ ਮੈਨੇ ਕਲਿਆਣ ਕਰਨ ਵਾਲੇ, ਤੇ ਮੁਕੰਦ ਦਾ ਅਰਥ ਹੈ ਵੀ ਮੁਕਤੀ ਨੂੰ ਦੇਣ ਵਾਲੇ। ਸਿਵਾ ਦਾ ਅਰਥ ਵੀ ਮੁਕਤੀ ਹੁੰਦਾ ਹੈ ਤੇ ਮੁਕੰਦ ਦਾ ਅਰਥ ਵੀ ਮੁਕਤੀ ਹੁੰਦਾ ਹੈ। ਮੁਕਤ ਹੋਣ ਦੀ ਭਾਵਨਾ ਤੋਂ ਵੀ ਮੁਕਤ ਕਰਨ ਵਾਲੇ। ਮੁਕਤ ਬਪੜੀ ਵੀ ਗਿਆਨੀ ਤਿਆਗੈ। ਜਿਹੜੇ ਗਿਆਨੀ ਪੁਰਖ ਹੁੰਦੇ ਆ ਨਾ, ਬ੍ਰਹਮ ਗਿਆਨੀ ਮਹਾਂਪੁਰਖ, ਉਹ ਮੁਕਤ ਹੋਣ ਦੀ ਲਾਲਸਾ ਛੱਡ ਦਿੰਦੇ ਨੇ। ਮਹਾਰਾਜ ਸਾਹਿਬ ਦੇ ਬਚਨ ਨੇ ਸੇ ਮੁਕਤ ਭਏ। ਉਹ ਐਸੇ ਮੁਕਤ ਹੁੰਦੇ ਨੇ ਵੀ ਮੁਕਤ ਹੋਣ ਦੀ ਇੱਛਾ ਤੋਂ ਵੀ ਮੁਕਤ ਹੋ ਜਾਂਦੇ ਨੇ। ਆਪ ਨੂੰ ਮੱਥਾ ਟੇਕਦੇ ਹਾਂ, ਆਪ ਜੀ ਮੁਕਤੀ ਦੀ ਇੱਛਾ ਤੋਂ ਵੀ ਸਿਵਾ ਮੁਕਤ ਕਰ ਦਿੰਦੇ ਹੋ। ਬੰਦ ਤੇ ਸਰਬ ਤੋਂ ਭਦਰੰ। ਹਾਂ, ਆਪ ਜੀ ਨੂੰ ਮੱਥਾ ਟੇਕਦੇ ਹਾਂ ਕਿਉਂਕਿ ਆਪ ਜੀ ਸਰਬ ਤੋਂ ਸਾਰਿਆਂ ਵਿੱਚੋਂ ਭਦਰੰ ਕਹੀਏ ਉੱਤਮ, ਉਹ ਕਲਿਆਣ ਕਰਨ ਵਾਲੇ ਹੋ। ਬੰਦ ਤੇ ਸੁਕਲਾਂਬਰ ਧਰਮ। ਆਪ ਜੀ ਨੂੰ ਮੱਥਾ ਟੇਕਦੇ ਹਾਂ ਕਿਉਂਕਿ ਆਪ ਜੀ ਸੁਕਲਾਂਬਰ ਚਾਂਦੀ ਰੰਗੇ ਸਫੇਦ ਕੱਪੜਿਆਂ ਨੂੰ ਧਾਰਨ ਦਾ ਧਰਮ ਮੈਨੇ ਧਰਮ ਰੱਖਦੇ ਹੋ, ਜਾਂ ਧਰਮ ਮੈਨੇ ਧਾਰਨ ਵਾਲੇ ਹੋ। ਚਾਂਦੀ ਰੰਗੇ ਕੱਪੜਿਆਂ ਨੂੰ ਧਰਮ ਧਾਰਨ ਵਾਲੇ ਹੋ। ਜਾਂ ਆਪ ਜੀ ਦਾ ਧਰਮ ਨਿਜਮ ਹੈ ਕਿ ਆਪ ਜੀ ਸਫੇਦ ਵਸਤਰ ਧਾਰਦੇ ਹੋ, ਆਪ ਜੀ ਨੂੰ ਮੱਥਾ ਟੇਕਦੇ ਹਾਂ। ਮਦ ਸਕਤਤਾ ਤੁਵਾ ਪ੍ਰਸਾਦ ਸਫਲੰ। ਤੁਹਾਡੀ ਕਿਰਪਾ ਦੇ ਨਾਲ ਮੇਰਾ ਸ਼ਕਤੀ ਪੁਨਾ ਸਫਲਾ ਹੋਇਆ ਹੈ। ਮੈਂ ਆਪ ਜੀ ਦੇ ਅੰਗ ਸੰਗ ਰਹਿਣ ਵਾਲੀ ਆਪ ਜੀ ਦੀ ਇੱਛਾ ਹੀ ਹਾਂ, ਜਿਨੇ ਸਾਰੇ ਸੰਸਾਰ ਨੂੰ ਪ੍ਰਗਟ ਕੀਤਾ ਹੈ। ਜਪਜੀ ਸਾਹਿਬ ਵਿੱਚ ਪਾਤਸ਼ਾਹ ਦੇ ਬਚਨ ਨੇ ਕੀਤਾ ਪਸਾਓ ਏਕੋ ਕਵਾਓ, ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਇਸ ਇੱਛਾ ਤੋਂ ਹੀ ਸਾਰੇ ਸੰਸਾਰ ਨੂੰ ਪ੍ਰਗਟ ਕੀਤਾ। ਉਹ ਪ੍ਰਭੂ ਦੀ ਇੱਛਾ ਹੀ ਗੁਰੂ ਖਾਲਸਾ ਜੀ ਮਾਇਆ ਹੈ। ਉਹ ਪ੍ਰਭੂ ਦੀ ਇੱਛਾ ਹੀ ਜਗਤ ਜਨਨੀ ਹੈ। ਉਹ ਪ੍ਰਭੂ ਦੀ ਇੱਛਾ ਹੀ ਕਿਰਪਾਨ ਹੈ। ਉਹ ਪ੍ਰਭੂ ਦੀ ਇੱਛਾ ਹੀ ਅਸ਼ਟਭੁਜੀ ਹੈ। ਤੋ ਕਹਿੰਦੀ ਹੱਥ ਜੋੜ ਕੇ ਵਿਚਾਰੀ ਵੀ ਮੇਰਾ ਜਿਹੜਾ ਸ਼ਕਤੀ ਪੁਣਾ ਹੈ ਨਾ, ਇਹ ਤੁਹਾਡੀ ਕਿਰਪਾ ਨਾਲ ਹੀ ਸਫਲਾ ਹੋਇਆ ਹੈ। ਤੁਆ ਸੱਤਾ ਆਦ ਸ਼ਕਤੀ ਹਰੀ। ਤੁਹਾਡੀ ਕਿਰਪਾ ਦੇ ਨਾਲ ਹੀ, ਤੁਹਾਡੀ ਸੱਤਾ ਦੇ ਨਾਲ ਹੀ हे ਹਰੀ, ਮੈਂ ਤੇਰੀ ਆਦ ਸ਼ਕਤੀ ਅਖਵਾਈ ਹੈ। ਦੁਨੀਆ ਵਿੱਚ ਸ਼ਕਤੀਆਂ ਬੜੀਆਂ ਨੇ ਛੋਟੀਆਂ ਛੋਟੀਆਂ, ਪਰ ਸਾਰੀਆਂ ਸ਼ਕਤੀਆਂ ਨੂੰ ਜਨਮ ਦੇਣੇ ਕਰਕੇ ਮੈਨੂੰ ਆਦ ਸ਼ਕਤੀ ਕਹਿੰਦੇ ਹਨ। ਮਦ ਮੁਤਪੰਨੰ ਤਵਾ ਸ਼ਕਤੀ। ਹਾਂ, ਮਦ ਮੁਤਪੰਨੰ ਇਕੱਠਾ ਹੀ ਪਾਠ ਹੈ। ਤਾਂ ਅਰਥ ਵੇਲੇ ਬਣੇਗਾ ਮਦਮ ਉਤਪੰਨੰ ਤਵਾ ਸ਼ਕਤੀ। ਮੇਰੀ ਜਿਹੜੀ ਉਤਪਤੀ ਹੈ ਇਹ ਤੁਹਾਡੇ ਤੋਂ ਹੋਈ ਹੈ, ਇਸ ਲਈ ਮੈਂ ਤੁਹਾਡੀ ਸ਼ਕਤੀ ਆ। ਜਿਵੇਂ ਗੁਰੂ ਖਾਲਸਾ ਜੀ ਬ੍ਰਹਮਾ ਜਦੋਂ ਕਬਲ ਦੇ ਉੱਪਰ ਬੈਠਾ ਤੇ ਉਹਨੇ ਆਪਣੀ ਸ਼ਕਤੀ ਆਪਣੀ ਧੀ ਸਰਸਵਤੀ ਪੈਦਾ ਕੀਤੀ, ਤੇ ਆਪਣੀ ਸ਼ਕਤੀ ਆਪਣੀ ਧੀ ਦੇ ਨਾਲ ਹੀ ਗੁਰੂ ਖਾਲਸਾ ਜੀ ਫਿਰ ਉਹਨੇ ਭੋਗ ਕਰਨਾ ਚਾਹਿਆ, ਤੇ ਉਹਦੇ ਗੁਰੂ ਖਾਲਸਾ ਜੀ ਅਨੇਕਾਂ ਹੀ ਮੁਖੜੇ ਹੋ ਗਏ।
ਜਿੱਧਰਲੇ ਬੰਨੇ ਉਹਦੀ ਧੀ ਉਹਦੀ ਸ਼ਕਤੀ ਇਸ਼ਨਾਨ ਕਰਨ ਜਾਵੇ ਉਧਰ ਨੂੰ ਹੀ ਤੱਕੀ ਜਾਵੇ। ਫਿਰ ਵਿਸ਼ਨੂੰ ਭਗਵਾਨ ਨੇ ਕ੍ਰੋਧ ਦੇ ਵਿੱਚ ਆ ਕਰਕੇ ਇਹਦੇ 5 ਮੁਖ ਸਨ ਤੇ ਉੱਪਰਲਾ ਮੁਖ ਕੱਟ ਦਿੱਤਾ ਤੇ ਸ਼ਕਤੀ ਇਹਦੇ ਉੱਪਰ ਹੋ ਕੇ ਖਲੋ ਗਈ। ਫਿਰ ਗੁਰੂ ਖਾਲਸਾ ਜੀ ਇਹਨੇ ਮੁਆਫੀ ਮੰਗੀ ਸੀ, ਆਪਣੀ ਧੀ ਦੇ ਨਾਲ ਹੀ ਇਹ ਵਿਸ਼ਾ ਭੋਗਣ ਲੱਗਾ ਸੀ। ਇਸ ਤਰੀਕੇ ਦੀ ਸਾਖੀ ਵੀ ਭਗਤਮਾਲਾ ਵਿੱਚ ਲਿਖੀ ਮਿਲਦੀ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਉਹ ਕਹਿੰਦੀ ਹੈ ਆਦਿ ਸ਼ਕਤੀ ਵੀ ਦੁਨੀਆ ਦੇ ਉੱਪਰ ਸ਼ਕਤੀਆਂ ਤੇ ਬੜੀਆਂ ਤੁਰੀਆਂ ਫਿਰਦੀਆਂ ਨੇ, ਪਰ ਸਾਰੀਆਂ ਸ਼ਕਤੀਆਂ ਨੂੰ ਜਨਮ ਦੇਣੇ ਵਾਲੀ ਆਦਿ ਸ਼ਕਤੀ ਮੈਂ ਹਾਂ ਤੇ ਮੇਰੀ ਉਤਪਤੀ ਤੇਰੇ ਤੋਂ ਹੀ ਹੋਈ ਹੈ, ਇਸ ਲਈ ਮੈਂ ਤੇਰੀ ਸ਼ਕਤੀ ਹਾਂ। ਤਵਾ ਸੱਤਾ ਸਰਬ ਸਕਤਿਆ, ਤੁਹਾਡੀ ਕਿਰਪਾ ਦੇ ਨਾਲ ਹੀ ਸਾਰੀਆਂ ਸ਼ਕਤੀਆਂ ਨੂੰ ਮੈਂ ਪ੍ਰਗਟ ਕਰਨੇ ਵਾਲੀ ਆਦਿ ਸ਼ਕਤੀ ਹਾਂ। ਦਰਵਾਮ ਤੇ ਰੰਜਨੰ ਦੇਵੰ, ਹਾਂ ਦਰਵਾਮ ਤੇ ਮੈਨੇ ਨਰਮ ਤੇ ਰੰਜਨੰ ਮੈਨੇ ਪ੍ਰਸੰਨ, ਮੈਂ ਦੇਵਤਿਆਂ ਉੱਪਰ ਪ੍ਰਸੰਨ ਹੁੰਨੀ ਹੈ। ਦੇਵਤਿਆਂ ਲਈ ਹਮੇਸ਼ਾ ਹੀ ਮੈਂ ਦਰਵਾਮ ਤੇ ਮੈਨੇ ਨਰਮ ਸੁਭਾਵ ਰੱਖਦੀ ਹਾਂ। ਦਰਵਾਮ ਦੱਦੇ ਦੇ ਪੈਰ ਵਿੱਚ ਰਾਰਾ, ਦਰਵਾਮ ਹੀ ਤੇ ਇਸ ਤਰੀਕੇ ਨਾਲ ਉਚਾਰਨ ਕਰਨਾ ਹੈ। ਦੇਵ ਦੈਤ ਹੈ ਬਿਮੋਹਤੇ, ਹਾਂ ਦੇਵਤੇ ਤੇ ਦੈਂਤ ਮੈਂ ਵਿਸ਼ੇਸ਼ ਕਰਕੇ ਮੋਹਿਤ ਕੀਤੇ ਹਨ। ਜਾਂ ਦੇਵਤਿਆਂ ਦਾ ਪੱਖ ਕਰਦੀ ਹੈ ਤੇ ਜਿਹੜੇ ਦੈਂਤ ਨੇ ਉਹਨਾਂ ਨੂੰ ਵਿਸ਼ੇਸ਼ ਕਰਕੇ ਜੰਗ ਦੇ ਮੈਦਾਨ ਵਿੱਚ ਮੋਹ ਤੇ ਬੇਹੋਸ਼ ਕਰ ਦਿੰਨੀ ਹੈ ਮੈਂ ਮਾਰ ਮਾਰ ਕੇ। ਮਮ ਸ਼ਕਤੀ ਸਰਬ ਭੂਤਾਨ, ਸਾਰਿਆਂ ਜੀਵਾਂ ਦੇ ਵਿੱਚ ਮੇਰੀ ਮਾਇਆ ਅੰਸ਼ ਮੇਰੀ ਸ਼ਕਤੀ ਵਰਤਦੀ ਪਈ ਹੈ। ਕਿਉਂਕਿ ਗੁਰੂ ਖਾਲਸਾ ਜੀ ਕੱਲਾ ਅਕਾਲ ਪੁਰਖ ਪਰਮੇਸ਼ਰ ਵੀ ਜੀਵਾਂ ਨੂੰ ਪ੍ਰਗਟ ਨਹੀਂ ਕਰ ਸਕਦਾ। ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਸ਼ਕਤੀ ਪੈਦਾ ਕੀਤੀ ਮਾਇਆ ਵੀ ਤੂੰ ਸੰਸਾਰ ਰਚ। ਮਾਇਆ ਨੇ ਗੁਰੂ ਖਾਲਸਾ ਜੀ ਸੰਸਾਰ ਨੂੰ ਰਚਿਆ ਤੇ ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਜੋਤ ਆਪਣਾ ਪ੍ਰਕਾਸ਼ ਸੰਸਾਰ ਦੇ ਉੱਪਰ ਪਾਇਆ ਤੇ ਸੰਸਾਰ ਦੇ ਜੀਵ ਚੱਲਣ ਲੱਗ ਪਏ। ਇਹ ਜਿਹੜਾ ਸਰੀਰ ਹੈ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖਿਆ, 5 ਤਤ ਤੇ ਤਨ ਰਚਿਓ ਜਾਨੋ ਚਤੁਰ ਸੁਜਾਨ। ਸਰੀਰ 5 ਤੱਤਾਂ ਤੋਂ ਬਣਿਆ ਹੈ, 5 ਤੱਤ ਮਾਇਆ ਤੋਂ ਬਣੇ ਨੇ ਤੇ ਮਾਇਆ ਵਾਹਿਗੁਰੂ ਦੀ ਸ਼ਕਤੀ ਹੈ। ਤੇ ਜਿਹੜੀ ਜੋਤ ਹੈ ਜਿਹੜਾ ਪ੍ਰਕਾਸ਼ ਹੈ ਜਿਹੜੀ ਸ਼ਕਤੀ ਹੈ ਜਿਹੜੀ ਸੱਤਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੀ ਹੈ। ਏਦਾਂ ਜਾਣੋ ਜਿਵੇਂ ਗੁਰੂ ਖਾਲਸਾ ਜੀ ਸਰੋਵਰ ਦੇ ਵਿੱਚ ਸੂਰਜ ਦਾ ਪਰਛਾਵਾਂ ਪੈਂਦਾ ਹੈ, ਇੱਕ ਸੂਰਜ ਅਸਮਾਨ ਵਿੱਚ ਚਮਕਦਾ ਹੈ ਤੇ ਦੁਨੀਆ ਉੱਪਰ ਕਰੋੜਾਂ ਹੀ ਗੁਰੂ ਖਾਲਸਾ ਜੀ ਸਰੋਵਰ ਨੇ, ਝੀਲਾਂ ਨੇ, ਤਲਾਬ ਨੇ ਤੇ ਕਰੋੜਾਂ ਸਰੋਵਰਾਂ ਝੀਲਾਂ ਤਲਾਬਾਂ ਵਿੱਚ ਵੱਖੋ ਵੱਖਰੇ ਸੂਰਜ ਚਮਕਦੇ ਨੇ। ਇਦਾਂ ਹੀ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਜੀਵ ਹੈ। ਇੱਕ ਵਾਹਿਗੁਰੂ ਅਕਾਲ ਪੁਰਖ ਬਿੰਬ ਰੂਪ ਹੋ ਕੇ ਪਰੇ ਬੈਠਾ ਹੈ, ਉਹਦਾ ਪ੍ਰਤੀਬਿੰਬ ਉਹਦਾ ਆਭਾਸ ਉਹਦਾ ਅਕਸ ਉਹਦਾ ਪਰਛਾਵਾਂ ਜੀਵਾਂ ਵਿੱਚ ਹੈ, ਜਿਸ ਪਰਛਾਵੇਂ ਕਰਕੇ ਜੀਵ ਤੁਰੇ ਫਿਰਦੇ ਨੇ। ਤੇ ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਆਪਣਾ ਪਰਛਾਵਾਂ ਖਿੱਚ ਲੈਂਦਾ ਏ ਤੇ ਉਦੋਂ ਜੀਵ ਡਿੱਗ ਪੈਂਦਾ ਏ ਤੇ ਅੰਗਰੇਜ਼ੀ 'ਚ ਕਹਿੰਦੇ ਆ ਵੀ ਇਹ ਡੈਡ ਹੋ ਗਿਆ ਏ, ਇਹ ਮਰ ਗਿਆ ਹੈ। ਗੁਰਬਾਣੀ 'ਚ ਲਿਖਿਆ, ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ ਤਬ ਕੋਈ ਕਿਆ ਕਰੇ ਦਿਖਾ ਵਖਿਆਨਾ। ਜਦੋਂ ਜੋਤ ਖਿੱਚ ਲਈ ਨਾ ਉਦੋਂ ਨਹੀਂ ਦੱਸਿਆ ਜਾਣਾ ਵੀ ਇਧਰ ਪੱਟੀ ਹੈ ਤੇ ਇਧਰ ਤਰਨ ਤਾਰਨ ਹੈ। ਇਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪ੍ਰਭੂ ਦੀ ਜੋਤ ਹੈ, ਫਿਰ ਸਾਰਾ ਜਿਹੜਾ ਖੇਲ ਹੈ ਉਹ ਖਤਮ ਹੋ ਜਾਣਾ ਹੈ। ਇਸ ਵਾਸਤੇ ਉਹ ਕਹਿੰਦੀ ਹੈ ਕਿ ਸਾਰਿਆਂ ਜੀਵਾਂ ਦੇ ਵਿੱਚ ਮੇਰੀ ਸ਼ਕਤੀ ਮੇਰੀ ਮਾਇਆ ਅੰਸ਼ ਵਿਚਰਦੀ ਪਈ ਹੈ। ਇੱਕ ਗੁਰੂ ਖਾਲਸਾ ਜੀ ਗ੍ਰੰਥ ਹੈ ਗੁਰਪੁਰਬ ਪ੍ਰਕਾਸ਼ ਗ੍ਰੰਥ। ਉਹ ਗ੍ਰੰਥ ਦੇ ਵਿੱਚ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੈ। ਇੱਕ ਗੁਰੂ ਖਾਲਸਾ ਜੀ ਤੁਕ ਆਉਂਦੀ ਹੈ, ਸੋ ਮੁਖ ਜਲੋ ਜੋ ਠਾਕੁਰ ਕਹਿ ਜੋਨੀ। ਉਹ ਮੂੰਹ ਵਿੱਚ ਅੱਗ ਪਾਓ, ਜਿਹੜਾ ਮੂੰਹ ਕਹਿੰਦਾ ਏ ਵੀ ਮੇਰੇ ਠਾਕੁਰ ਗੁਰੂ ਨਾਨਕ ਸਾਹਿਬ ਜੀ ਗਰਭ ਜੂਣ ਤਾਣੀ ਆਏ ਨੇ। ਸ਼ੰਕਾ ਕਰਨ ਵਾਲਿਆਂ ਨੇ ਸ਼ੰਕਾ ਕੀਤਾ ਵੀ ਗੁਰੂ ਨਾਨਕ ਸਾਹਿਬ ਮਾਂ ਤ੍ਰਿਪਤਾ ਦੇ ਕੁੱਖ ਰਾਹੀਂ ਆਏ, ਇਸ ਲਈ ਗੁਰੂ ਨਾਨਕ ਸਾਹਿਬ ਜੀ ਵੀ ਗਰਭ ਦੁਆਰੇ ਥਾਣੀ ਆਏ ਨੇ। ਬਾਬਾ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਉਹ ਗ੍ਰੰਥ ਲਿਖਿਆ ਹੈ ਉਹ ਬਾਬਾ ਬਨੋਦ ਸਿੰਘ ਜੀ ਦੀ ਬੰਸ ਵਿੱਚੋਂ ਹੋਏ ਨੇ। ਉਹਨਾਂ ਨੇ ਉੱਥੇ ਉੱਤਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਅਵਤਾਰ ਸਨ
ਤੇ ਅਕਾਲ ਪੁਰਖ ਦੀ ਸ਼ਕਤੀ ਸੀ ਮਾਇਆ। ਤੇ ਅਕਾਲ ਪੁਰਖ ਨੇ ਆਪਣੀ ਸ਼ਕਤੀ ਨੂੰ ਹੁਕਮ ਦਿੱਤਾ ਵੀ ਤੁਸੀਂ ਜਾਓ ਮਾਤਾ ਦੇ ਪੇਟ ਵਿੱਚ ਜਾ ਕੇ ਸਰੀਰ ਬਣਾਓ, ਹਵਾ ਦੇ ਨਾਲ ਪੇਟ ਨੂੰ ਫੁਲਾ ਦਿਓ। 9 ਮਹੀਨੇ ਮਾਇਆ ਨੇ ਜਾ ਕੇ ਸਰੀਰ ਬਣਾਇਆ, ਹਵਾ ਦੇ ਨਾਲ ਪੇਟ ਨੂੰ ਫੁਲਾ ਛੱਡਿਆ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦਾ ਜਨਮ ਹੋਇਆ ਤਾਂ ਜਨਮ ਸਾਖੀਆਂ ਵਿੱਚ ਲਿਖਿਆ ਵੀ ਸਰੀਰ ਹਿੱਲਿਆ ਨਹੀਂ, ਨਾ ਸਰੀਰ ਰੋਇਆ ਹੀ ਹੈ, ਐ ਪਿਆ ਹੈ, ਡਿੱਗਾ ਹੈ। ਇੱਕਦਮ ਪ੍ਰਕਾਸ਼ ਇੰਨਾ ਹੋਇਆ ਕਮਰੇ ਵਿੱਚ, 5 ਮੁੱਖਾ ਦੀਵਾ ਜਗਦਾ ਪਿਆ ਸੀ, 5 ਮੁੱਖੇ ਦੀਵੇ ਦਾ ਪ੍ਰਕਾਸ਼ ਵੀ ਧੀਮਾ ਪੈ ਗਿਆ। ਤੇ ਉਸ ਵਕਤ ਉਹ ਸਰੀਰ ਐਕਟਿਵ ਹੋਇਆ ਤੇ ਖਿੜਖੜਾ ਕੇ ਹੱਸਣ ਲੱਗ ਪਿਆ। ਦਾਈ ਹੈਰਾਨ ਹੋਈ। ਉਹ ਕਲਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਮਾਇਆ ਦਾ ਧਾਰਿਆ ਬਾਹਰ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆਪਣੀ ਜੋਤ ਸੀ ਉਹ ਸਰੀਰ ਵਿੱਚ ਰੱਖ ਦਿੱਤੀ। ਗੁਰੂ ਖਾਲਸਾ ਜੀ ਉਸ ਵਕਤ ਕੀ ਹੋਇਆ? ਉਸ ਵਕਤ ਗੁਰੂ ਨਾਨਕ ਸਾਹਿਬ ਜੀ ਖਿੜਖੜਾ ਕੇ ਹੱਸੇ। ਉਹ ਪ੍ਰਕਾਸ਼ ਕਿਉਂ ਹੋਇਆ? ਕਿਉਂਕਿ ਅਕਾਲ ਪੁਰਖ ਦੀ ਜੋਤ ਆ ਕੇ ਸਰੀਰ ਵਿੱਚ ਸ਼ੁਭਾਇਮਾਨ ਹੋਈ ਸੀ। ਇਸ ਵਾਸਤੇ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਹੈ ਉਹੀ ਸਰੀਰ ਨੂੰ ਧਾਰਦੀ ਹੈ। ਉਹ ਹੱਥ ਜੋੜ ਕੇ ਕਹਿੰਦੀ ਹੈ, ਅਕਾਲ ਪੁਰਖ ਸਰਬਲੋ ਜੀ, ਮੇਰਾ ਹੀ ਮਾਇਆ ਅੰਸ਼, ਮੇਰੀ ਹੀ ਸ਼ਕਤੀ ਸਾਰੇ ਜੀਵਾਂ ਦੇ ਸਰੀਰਾਂ ਵਿੱਚ ਵਰਤਦੀ ਪਈ ਹੈ। ਸਿੱਧਿਅੰ ਜਗਤ ਕਾਰਕਮ, ਜਿਹੜੇ ਜਗਤ ਨੂੰ ਕਾਰਕਮ ਮੈਨੇ ਪੈਦਾ ਕਰਨ ਵਾਲੇ ਬ੍ਰਹਮਾ ਜੀ ਆਦਿਕ ਦੇਵਤੇ ਹੋਏ ਨੇ। ਕਈਆਂ ਨੇ ਗੁਰੂ ਖਾਲਸਾ ਜੀ ਵਿਸ਼ਕਰਮਾ ਮੰਨਿਆ ਹੈ, ਸੰਸਾਰ ਦਾ ਰਚੈਤਾ, ਕਈਆਂ ਨੇ ਬ੍ਰਹਮਾ ਮੰਨਿਆ ਹੈ। ਜਗਤ ਕਾਰਕਮ ਮੈਨੇ ਬ੍ਰਹਮਾ ਜਾਂ ਵਿਸ਼ਕਰਮਾ ਆਦਿਕ, ਉਹਨਾਂ ਨੂੰ ਵੀ ਮੇਰੀ ਹੀ ਸ਼ਕਤੀ ਸਿੱਧਿਅੰਗ ਮੈਨੇ ਪ੍ਰਾਪਤ ਹੈ। ਜਾਂ ਸਿੱਧਿਅੰਗ ਦਾ ਅਰਥ ਪ੍ਰਗਟ ਵੀ ਹੈ, ਉਹਨਾਂ ਨੂੰ ਵੀ ਪ੍ਰਗਟ ਮੇਰੀ ਹੀ ਸ਼ਕਤੀ ਨੇ ਕੀਤਾ ਹੈ। ਮਸਮਦਾ ਤਵੰ ਕਲਾ ਸ਼ਕਤੀ, ਮਸਮਦ ਮੈਂ, ਤਵੰ ਤੁਹਾਡੀ, ਕਲਾ ਮੈਨੇ ਸ਼ਕਤੀ ਨੂੰ ਵਰਤਾਉਣ ਵਾਲੀ ਇੱਕ ਸ਼ਕਤੀ ਹਾਂ। ਮੈਂ ਤੁਹਾਡੀ ਐਸੀ ਮਾਇਆ ਸ਼ਕਤੀ ਹਾਂ ਜਿਹੜੀ ਤੁਹਾਡੀ ਅਥਾਹ ਸ਼ਕਤੀ ਨੂੰ ਜੀਵਾਂ ਵਿੱਚ ਅੱਗੇ ਵਰਤਾਉਂਦੀ ਹਾਂ। ਸਰਬ ਸ਼ਕਤ ਭਵਿਆਮ ਤੇ, ਹਾਂ ਸਾਰੀਆਂ ਸ਼ਕਤੀਆਂ ਜਿੰਨੀਆਂ ਵੀ ਹਨ ਭਵਿਆਮ ਹੀ ਤੇ ਮੈਨੇ ਹੋਈਆਂ ਨੇ, ਉਹ ਮੇਰੇ ਤੋਂ ਹੀ ਪੈਦਾ ਹੋਈਆਂ ਨੇ। ਭਵਿਆਮ ਹੀ ਇਹ ਜਈਆ ਗੁਰੂ ਖਾਲਸਾ ਜੀ ਅੱਧਾ ਜਿਹਨੂੰ ਦੁੱਤ ਕਹਿੰਦੇ, ਤੇ ਭਵਿਆਮ ਹੀ ਤੇ ਇਕੱਠਾ ਹੀ ਪਦ ਹੈ। ਇਸ ਤਰੀਕੇ ਨਾਲ ਇਹਦਾ ਉਚਾਰਨ ਹੋਏਗਾ। ਪੰਜਾਬੀ ਵਿੱਚ ਭਾਵੇਂ ਭਵਿਆਮ ਤੇ ਕਰਦੇ ਹੈ, ਪਰ ਹਿੰਦੀ ਸੰਸਕ੍ਰਿਤ ਅਨੁਸਾਰ ਭਵਿਆਮ ਹੀ ਤੇ ਇਸ ਤਰ੍ਹਾਂ ਇਹਦਾ ਉਚਾਰਨ ਹੋਵੇਗਾ। ਮਿਦੰ ਸਰਬ ਸ਼ਕਤੀ ਨਿਰਾਕਾਰੰ, ਹਾਂ ਇਹ ਆਕਾਰ ਤੋਂ ਰਹਿਤ ਅਕਾਲ ਪੁਰਖ ਸਾਰੀਆਂ ਸ਼ਕਤੀਆਂ ਦੇ ਭੰਡਾਰੇ ਮੇਰੇ ਐਸੇ ਮਾਲਕ। ਵਿਸ਼ਵ ਰੂਪ ਜਗਤੀਸ਼ਵਰ, ਵਿਸ਼ਵ ਸੰਸਾਰ ਦਾ ਜਿੰਨਾ ਵੀ ਸੰਸਾਰ ਤੁਹਾਡਾ ਰੂਪ ਹੈ, ਭਾਵ ਬੈਰਾਟ ਸਰੂਪ। ਵਿਸ਼ਵ ਰੂਪ ਦਾ ਅਰਥ ਹੈ ਇਹ ਬੈਰਾਟ ਸਰੂਪ, ਇਹ ਜਗਤ ਦੇ ਈਸ਼ਵਰ। ਸਰਨ ਚਾ ਪਰਪੰਨ ਅਸਮੀ, ਸਰਨਾਮ, ਸਰਨਾਮ ਜਿਹੜਾ ਬਿੰਦੀ ਹੈ ਉਹ ਚੋਂ ਮੰਮਾ ਜਿਹਾ ਨਿਕਲਣਾ ਹੈ। ਜਿਵੇਂ ਫਾਰਸੀ ਦੇ ਗ੍ਰੰਥਾਂ 'ਚ ਬਿੰਦੀ ਚੋਂ ਨੰਨਾ ਕੱਢੀਦਾ ਹੈ ਨਾ, ਇੱਥੇ ਮੰਮਾ ਨਿਕਲੇਗਾ। ਸਰਨਾਮ ਚ ਪਰਪੰਨੋ ਅਸਮੀ, ਇਸ ਤਰ੍ਹਾਂ ਉਚਾਰਨ ਹੋਏਗਾ। ਤੋ ਸਰਨਾਮ ਮੈਨੇ ਸ਼ਰਨ ਚ ਮੈਨੇ ਅਤੇ ਪ੍ਰਪੰਨ ਮੈਨੇ ਪ੍ਰਾਪਤ ਤੇ ਅਸਮੀ ਮੈਨੇ ਹਾਂ। ਮੈਂ ਤੁਹਾਡੀ ਸ਼ਕਤੀ ਤੁਹਾਡੀ ਸ਼ਰਨ ਵਿੱਚ ਆ ਕੇ ਤੁਹਾਨੂੰ ਪ੍ਰਾਪਤ ਹੋਈ ਹਾਂ। ਪ੍ਰਸੀਦ ਭੋ ਕਮਲੇਸ਼ਣ, ਹਾਂ ਪ੍ਰਸੀਦ ਪ੍ਰਸੰਨ ਹੋਵੋ ਭੋ ਮੈਨੇ ਹੈ ਕਵਲਾਂ ਵਰਗੇ ਨੇਤਰਾਂ ਵਾਲੇ। ਕਮਲ ਏਛਣ, ਏਛਣ ਮੈਨੇ ਨੇਤਰ, ਤੁਹਾਡੇ ਕਵਲਾਂ ਵਰਗੇ ਨੇ। ਉਦਾਂ ਪਾਠ ਸਰਨਾ ਇਦਾਂ ਹੀ ਕਰਨਾ ਹੈ। ਸਰਨਾ ਅਰਥ ਵੇਲੇ ਸਰਨਾਮ ਇਸ ਤਰੀਕੇ ਨਾਲ ਕਰਨਾ ਹੈ। ਬਿਸ਼ਨ ਪਾਦ ਸ਼ੰਕਰ ਸ਼ਕਤੀ ਊਚੋ ਸੇਖ ਚਰਪਦ। ਹਾਂ ਸ਼ੰਕਰ ਰਾਗ ਵਿੱਚ ਬਿਸ਼ਨ ਪਦਾ ਉਚਾਰਦੇ ਨੇ। ਇੱਥੇ 2 ਡੰਡੇ ਨੇ, ਅੱਗੇ ਸ਼ਕਤੀ ਊਚੂ ਇਦਾਂ ਪਦ ਲਿਖਣਾ, ਫਿਰ 2 ਡੰਡੇ ਨੇ, ਅੱਗੇ ਸੇਖ ਚਰਪਦ। ਤੋ ਮਹਾਰਾਜ ਸਾਹਿਬ ਜੀ ਚਰਪਦ ਸੇਖ ਨਾਮ ਦਾ ਛੰਦ ਉਚਾਰਦੇ ਪਏ ਨੇ। ਮਾਇਆ ਸ਼ਕਤੀ ਭਗਵਾਨ ਦਾ ਸਤੋਤਰ ਪੜ੍ਹਦੀ ਪਈ ਹੈ। ਪ੍ਰਣਵੋ ਜੋਤ ਸਵੈ ਰੂਪ ਮਹੇਸ਼ੰ, ਪ੍ਰਣਵੋ ਆਪ ਨੂੰ ਨਮਸਕਾਰ ਹੈ। ਪ੍ਰਣਵੋ ਬਿੰਦੀ ਵੀ ਹੈ, ਭਾਵ ਮੈਂ ਨਮਸਕਾਰ ਕਰਦਾ ਹਾਂ। ਇਹ ਜੋਤੀ ਸਰੂਪ ਮੈਂ ਈਸ਼ਵਰ, ਧਰਤੀ ਦੇ ਈਸ਼ਵਰ ਜਾਂ
ਦੁਨੀਆ ਵਿੱਚ ਛੋਟੇ ਵੱਡੇ ਮਾਲਕਾਂ ਦੇ ਵਿੱਚੋਂ ਵੱਡੇ ਮਾਲਕ। ਮੰਗਲ ਕਰ ਪ੍ਰਧਾਮ ਜਨੇਸੰ, ਮੰਗਲ ਕਰ ਇਕੱਠਾ ਹੀ ਹੈ, ਖੁਸ਼ੀਆਂ ਨੂੰ ਕਰਨ ਵਾਲੇ, ਕਲਿਆਣ ਨੂੰ ਕਰਨ ਵਾਲੇ। ਤੇ ਪਰਧਾਮ ਮੈਨੇ ਵਿਸ਼ੇਸ਼ ਕਰ ਸੱਚਖੰਡ ਵਿੱਚ ਰਹਿਣ ਵਾਲੇ ਜਨਾਂ ਦੇ ਮਾਲਕ। ਬੰਦਾ ਮਹਾਪ੍ਰਭੂ ਜਗਬੰਦਨ, ਬੰਦੋ ਮੈਂ ਨਮਸਕਾਰ ਕਰਦੀ ਐ ਹੇ ਮਹਾਪ੍ਰਭੂ, ਹੇ ਜਗਬੰਦਨ ਜਗਤ ਪੂਜਨੀਕ। ਸਤਿ ਸਵਰੂਪੰ ਸਤਰ ਨਿਕੰਦਨ, ਸਤਰ ਨਿਕੰਦਨ ਆਪ ਜੀ ਵੈਰੀਆਂ ਨੂੰ ਨਿਕੰਦਨ ਖਤਮ ਕਰਨ ਵਾਲੇ ਹੋ। ਆਪ ਜੀ ਸਤਿ ਸਰੂਪ ਹੋ, ਆਪ ਜੀ ਮਹਾਪ੍ਰਭੂ ਹੋ। ਮੇਰੀ ਸ਼ਕਤੀ ਤਾ ਭਈ ਸਫਲ, ਆਪ ਜੀ ਦੀ ਕਿਰਪਾ ਨਾਲ ਮੇਰਾ ਸ਼ਕਤੀ ਪੁਣਾ ਸਫਲਾ ਹੋਇਆ ਹੈ। ਤੁਆ ਸੱਤਾ ਆਦ ਮਾਇਆ ਮਤ ਪ੍ਰਬਲ, ਪ੍ਰਬਲ ਦਾ ਅਰਥ ਹੈ ਬਲ ਵਾਲਾ ਸਿਧਾਂਤ। ਪ੍ਰਬਲ ਮੈਨੇ ਪਰ ਵਿਸ਼ੇਸ਼ ਕਰਕੇ ਬਲ ਵਾਲਾ ਮਤ ਮੈਨੇ ਸਿਧਾਂਤ ਮੈਨੂੰ ਪ੍ਰਾਪਤ ਹੋਇਆ ਹੈ। ਮੈਂ ਤੁਹਾਡੀ ਆਦਿ ਮਾਇਆ ਹਾਂ, ਮੈਂ ਤੁਹਾਡੀ ਸੱਤਾ ਦੇ ਨਾਲ ਮੈਂ ਤੁਹਾਡੀ ਆਦਿ ਸ਼ਕਤੀ ਹਾਂ। ਅਤੇ ਮਾਇਆ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਮਾਇਆ, ਜਾਂ ਮੈਨੇ ਜੋ ਹੋਵੇ ਨਾ ਪਰ ਦਿਖਾਈ ਦੇਵੇ। ਮਾ ਦਾ ਅਰਥ ਨਾ, ਜੋ ਹੋਵੇ ਨਾ ਦਿਖਾਈ ਦੇਵੇ ਉਹਨੂੰ ਮਾਇਆ ਕਹਿੰਦੇ ਨੇ। ਗੁਰੂ ਖਾਲਸਾ ਜੀ ਗੁਰਬਾਣੀ ਵਿੱਚ ਮਾਇਆ ਨੂੰ ਭਰਮ ਵੀ ਲਿਖਿਆ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਇਸ ਤਰੀਕੇ ਦੇ ਵਿਖਿਆਨ ਵੇਦਾਂਤੀ ਮਹਾਂਪੁਰਖ ਦੱਸਦੇ ਹਨ। ਤੋ ਹੱਥ ਜੋੜ ਕੇ ਮਾਇਆ ਕਹਿੰਦੀ ਹੈ ਵੀ ਤੁਹਾਡੀ ਸੱਤਾ ਦੇ ਨਾਲ ਮੈਂ ਤੁਹਾਡੀ ਆਦਿ ਸ਼ਕਤੀ ਮਾਇਆ ਤੇ ਪ੍ਰਬਲ ਮਤ ਕਹੀਏ ਸਿਧਾਂਤ ਵਾਲੀ ਹਾਂ। ਤੋ ਪ੍ਰਬਲ ਬਲ ਵਾਲਾ ਸਿਧਾਂਤ ਕਿਹੜਾ ਹੈ? ਅਨਿਰਵਚਨੀ ਸਿਧਾਂਤ, ਜਿਹਨੂੰ ਕਹਿੰਦੇ ਨੇ ਨਾ ਸਤ ਹੈ ਨਾ ਅਸਤ ਹੈ ਨਾ ਸਤ ਸਤ ਉਭੇ ਹੈ। ਮਾਇਆ ਨੂੰ ਸੱਚੀ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਗਿਆਨ ਹੋਣ ਤੇ ਇਹ ਖਤਮ ਹੋ ਜਾਂਦੀ ਹੈ। ਝੂਠੀ ਵੀ ਨਹੀਂ ਕਿਹਾ ਜਾਂਦਾ, ਕਿਉਂਕਿ ਗਿਆਨ ਕਾਲ ਤੋਂ ਪਹਿਲੇ ਹੈ। ਤੇ ਸੱਚ ਤੇ ਝੂਠ ਦਾ ਮੇਲ ਕੋਈ ਨਹੀਂ, ਇਸ ਲਈ ਸਤ ਅਸਤ ਉਭੇ ਵੀ ਨਹੀਂ ਕਿਹਾ ਜਾ ਸਕਦਾ। ਇਹਨੂੰ ਗੁਰੂ ਖਾਲਸਾ ਜੀ ਅਨਿਰਵਚਨੀ ਕਹਿੰਦੇ ਹਨ। ਥੇ ਮਾਇਆ ਉਤਪੰਨ ਹਮਾਰੀ, ਹਾਂ ਥੇ ਮੈਨੇ ਆਪ ਜੀ ਦੀ ਮੈਂ ਮਾਇਆ ਹਾਂ ਤੇ ਮੇਰੀ ਉਤਪਤੀ ਆਪ ਜੀ ਤੋਂ ਹੀ ਹੋਈ ਹੈ। ਦੇਵ ਦਨਜ ਜਾ ਕੀ ਸਖਤ ਸਾਰੀ, ਦੁਨੀਆ ਉੱਪਰ ਦੋ ਹੀ ਵੱਡੀਆਂ ਮਹਾਨ ਤਾਕਤਾਂ ਹੋਈਆਂ ਨੇ, ਇੱਕ ਦੇਵ ਦੇਵਤੇ, ਇੱਕ ਦਨਜ ਦੈਂਤ। ਜਾ ਕੀ ਜਿਨ੍ਹਾਂ ਦੀ ਸਾਰੀ ਸ਼ਕਤੀ ਦੁਨੀਆ ਦੇ ਮਹਾਨ ਮੰਨੀ ਗਈ ਹੈ, ਉਹ ਮਹਾਨ ਸ਼ਕਤੀ ਮੇਰੇ ਤੋਂ ਹੀ ਪ੍ਰਾਪਤ ਕਰਦੇ ਹਨ। ਦੂਜਾ ਅਰਥ ਇਦਾਂ ਵੀ ਹੈ, ਦੇਵ ਦਨਜ ਜਾ, ਦੇਵਤਿਆਂ ਤੋਂ ਜੰਮੇ ਦੇਵਤਿਆਂ ਦੇ ਪੁੱਤਰ ਤੇ ਦਨਜ ਦੈਂਤਾਂ ਤੋਂ ਜੰਮੇ ਉਹਨਾਂ ਦੇ ਪੁੱਤਰ। ਕੀ ਸਖਤ ਸਾਰੀ, ਸਾਰਿਆਂ ਦੀ ਸ਼ਕਤੀ ਮੇਲ ਕੇ ਮੇਰੇ ਸਾਹਮਣੇ ਕੀ ਹੈ, ਕਿਉਂਕਿ ਸਾਰੇ ਮੇਰੇ ਤੋਂ ਹੀ ਸ਼ਕਤੀ ਪ੍ਰਾਪਤ ਕਰਦੇ ਹਨ। ਰੰਜਨ ਕਰ ਦੇਵਨ ਮਨ ਮੋਹਨ, ਹਾਂ ਦੇਵਤਿਆਂ ਨੂੰ ਰੰਜਨ ਕਰ ਪ੍ਰਸੰਨ ਕਰਨ ਵਾਲੀ ਹਾਂ ਮੈਂ, ਅਤੇ ਦੇਵਤਿਆਂ ਦੇ ਮਨ ਨੂੰ ਮੋਹਣ ਵਾਲੀ ਹਾਂ। ਰੰਜਨ ਦਾ ਅਰਥ ਜੋੜਨਾ ਵੀ ਹੈ, ਇਕੱਠਿਆਂ ਕਰਨਾ ਵੀ ਹੈ। ਦੇਵਤਿਆਂ ਨੂੰ ਮੈਂ ਇਕੱਠਿਆਂ ਕਰਕੇ ਰੱਖਦੀ ਹਾਂ, ਭਾਵ ਉਹਨਾਂ ਦਾ ਮੇਲ ਜੋਲ ਆਪਸ ਵਿੱਚ ਬਣਾ ਕੇ ਰੱਖਦੀ ਹਾਂ। ਮਮ ਸ਼ਕਤੀ ਸਰਬ ਸਖਤ ਸੰਬੂਹਨ, ਹਾਂ ਮੇਰੀ ਸ਼ਕਤੀ ਸੰਬੂਹਨ ਸਾਰਿਆਂ ਨੂੰ ਜਿਹੜੀ ਸ਼ਕਤੀ ਮਿਲਦੀ ਹੈ ਨਾ ਸਰਬ ਸਾਰੇ ਥਾਵਾਂ ਤੇ। ਜੇ ਸੂਰਜ ਲੋਕ ਵਿੱਚ ਹੈ ਤੇ ਉਹਨੂੰ ਸਾਰੀ ਸ਼ਕਤੀ ਜਿੰਨੀ ਚਾਹੀਦੀ ਹੈ ਉਹ ਸੂਰਯ ਲੋਕ ਵਿੱਚ ਮਿਲਦੀ ਹੈ। ਜੇ ਚੰਦਰਮਾ ਚੰਦਰ ਲੋਕ ਵਿੱਚ ਹੈ ਤੇ ਉਹਨੂੰ ਚੰਦਰ ਲੋਕ ਵਿੱਚ ਜਿੰਨੀ ਸ਼ਕਤੀ ਚਾਹੀਦੀ ਹੈ ਨਾ, ਉਹ ਚੰਦਰ ਲੋਕ ਦੀ ਥਾਂ ਵਿੱਚ ਹੀ ਸਾਰੀ ਸ਼ਕਤੀ ਉਹਨੂੰ ਪ੍ਰਾਪਤ ਹੁੰਦੀ ਹੈ। ਸੋ ਮਮ ਸ਼ਕਤੀ ਸਰਬ ਸ਼ਕਤ ਸੰਬੂਹਨ, ਮੇਰੀ ਸ਼ਕਤੀ ਸਾਰਿਆਂ ਨੂੰ ਸਰਬ ਥਾਵਾਂ ਤੇ ਸ਼ਕਤੀ ਪ੍ਰਾਪਤ ਹੁੰਦੀ ਹੈ। ਛੋਟੇ ਛੋਟੇ ਰੂਪ ਵਿੱਚ ਜੋ ਮੇਰੀ ਅਸੀਮ ਸ਼ਕਤੀ ਹੈ, ਅਸੀਮ ਸ਼ਕਤੀ ਤੋਂ ਹੀ ਥੋੜੀ ਥੋੜੀ ਸ਼ਕਤੀ ਜਿੰਨੀ ਕਿਸੇ ਨੂੰ ਚਾਹੀਦੀ ਹੈ ਸੰਬੂਹਨ ਸਾਰਿਆਂ ਨੂੰ ਸਰਬ ਥਾਵਾਂ ਤੇ ਪ੍ਰਾਪਤ ਹੁੰਦੀ ਹੈ। ਸਿੱਧ ਹੋਤ ਜਗ ਕਾਰਜ ਸਭ ਹੀ, ਹਾਂ ਮੇਰੇ ਤੋਂ ਹੀ ਜਗਤ ਦੇ ਜਿੰਨੇ ਸਾਰੇ ਕਾਰਜ ਨੇ ਉਹ ਸਿੱਧ ਹੁੰਦੇ ਹਨ। ਕਲਾ ਰੂਪ ਸ਼ਕਤੀ ਪ੍ਰਭ ਸਭ ਹੀ, ਹਾਂ ਇਹ ਪ੍ਰਭੂ ਜੀ ਮੈਂ ਸਾਰੇ ਥਾਵਾਂ ਦੇ ਉੱਪਰ ਸ਼ਕਤੀ ਵੰਡਦੀ ਹਾਂ।
ਐਸੀ ਮੈਂ ਤੇਰੀ ਸ਼ਕਤੀ ਰੂਪ ਸ਼ਕਤੀ ਹਾਂ। ऐसे जो तुम सर्ब सक्त गुसाई, ਐਸੇ ਜੋ ਤੁਸੀਂ ਸਰਬ ਸ਼ਕਤੀ ਦੇ ਮਾਲਕ, ਗੋ ਧਰਤੀ ਨੂੰ ਪੈਦਾ ਕਰਨ ਵਾਲੇ, ਗੋ ਧਰਤੀ ਦੀ ਸਾਈ ਸੇਜਾ ਤੇ ਬੈਠਣ ਵਾਲੇ RAM ਰੂਪ ਹੋ ਕਰਕੇ आद निरंजन सर्ब लोह महसाई, ਆਪ ਜੀ ਆਦਿ ਹੋ ਤੇ ਮਾਇਆ ਦੀ ਕਾਲਖ ਤੋਂ ਰਹਿਤ ਹੋ ਤੇ ਸਰਬ ਸਾਰਿਆਂ ਵਿੱਚ ਲੋ ਚਾਨਣ ਕਰਨ ਵਾਲੇ ਹੋ। ਮਹਿ ਸਾਈ ਪ੍ਰਿਥਵੀ ਦੇ ਮਾਲਕ ਹੋ ਜਾਂ ਵੱਡੇ ਮਾਲਕ ਹੋ ਆਪ ਜੀ। शरण तुम्हारी भो सत सिंधु, ਆਪ ਦੀ ਸ਼ਰਨ ਦੇ ਵਿੱਚ ਹਾਂ ਭੋਏ, ਸਤ ਮੈਨੇ ਸੱਚ ਦੇ, ਸਿੰਧੂ ਕਹੀਏ ਸਮੁੰਦਰ। हो प्रसन्न दीन के बंधु, ਹਾਂ ਸਿੰਧੂ ਦੇ ਉੱਪਰ ਦੋ ਡੰਡੇ ਨੇ ਤੇ ਸੱਤ ਤੱਤੇ ਨੂੰ ਸਿਆਰੀ ਹੈ ਸਤਯ ਸਿੰਧੂ। ਹੋ ਪ੍ਰਸੰਨ ਪ੍ਰਸੰਨ ਹੋਵੋ, ਦੀਨ ਗਰੀਬਾਂ ਦੇ ਬੰਧੂ ਕਹੀਏ ਸੰਬੰਧੀ। ਇਸ ਤੇ ਤੱਕ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਹੋਈ ਭੁੱਲ ਚੁੱਕ ਦੀ ਖਿਮਾ ਜੀ। शरण तुम्हारी भो सत सिंधु, हो प्रसन्न दीन के बंधु। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।